ਸ੍ਰੀ ਵਾਹਿਗੁਰੂ ਜੀ। ਗੁਰੂ ਨਾਨਕ ਪਾਦ ਪੰਕਜ ਬੰਦਨ, ਸਿਮਰੋ ਅੰਗਦ ਦੁਖ, ਗੁਰ ਅਮਰਦਾਸ ਹਿਰਦੈ, ਨਿਤ ਧਿਆਵੋ ਹਿਰਦੈ। ਸ਼੍ਰੀ ਗੁਰੂ ਰਾਮਦਾਸ ਗੁਣ ਗਾਵੋ, ਗੁਰੂ ਅਰਜਨ ਬਿਘਨਨ ਕੇ ਨਾਸਕ ਬਿਘਨਨ ਕੇ ਨਾਸਕ। ਹਰ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ। ਸ਼੍ਰੀ ਹਰਿ ਰਾਏ ਨਾਮੋ ਕਰ ਜੋਰੀ, ਨਾਮੋ ਕਰ ਜੋਰੀ। ਸ੍ਰੀ ਹਰਿ ਕ੍ਰਿਸ਼ਨ ਮਨਾਉ ਬਾਹੋਰੀ, ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਸ਼੍ਰੀ ਗੁਰੂ ਗੋਬਿੰਦ ਸਿੰਘ ਬੇਸਾਲਾ, ਧਰੋਂ ਧਰਾ ਪਰ ਪੁੰਨ ਪੁੰਨ ਸੀਸਾ ਜੀ, ਪੁੰਨ ਪੁੰਨ ਸੀਸਾ। ਬੰਦੋਂ ਬਾਰ ਬਾਰ ਜਗਦੀਸਾ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਇ, ਵਾਹਿਗੁਰੂ ਜੀ ਕੀ ਫਤਿਹ। ਬੇਗਨ ਬਿਨਾਸਨ ਸੋਇ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓੰਕਾਰਾਏ ਨਮః, ਸਤਿਆਏ ਨਮః, ਤਗਿਆਏ ਨਮঃ, ਨਾਰਾਇਣ ਨਮః। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਗੁਰਦੇਵ, ਜਿਸ ਸੰਗ ਹਰਿ ਜਪੇ, ਗੁਰ ਕਿਰਪਾਲ ਜਪੈ ਤਾਪ ਗੁਣ ਸਭ ਛਪੇ। ਪਤਿਤ ਪਾਵਨ ਮਿਹਰਬਾਨ ਜਗਤ ਸਾਈਂ, ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਵਿੱਚ ਹਾਜ਼ਰੀਆਂ ਭਰ ਕੇ ਨਿਤਾ ਪ੍ਰਤੀ ਇਕੱਤਰ ਹੋ ਕੇ ਆਪ ਸਮੂਹ ਮਾਈ ਭਾਈ ਆਪਣੇ ਜੀਵਨ ਦੀਆਂ ਘੜੀਆਂ ਗੁਰੂ ਲੇਖੇ ਲਾਉਂਦਿਆਂ ਸਫਲਾ ਔਰ ਸਕਾਰਥਾ ਕਰਦੇ। ਸਤਿਗੁਰੂ ਜੀ ਦੀ ਅੰਮ੍ਰਿਤਮਈ ਗੁਰਬਾਣੀ ਦੇ ਸ਼ਬਦ ਕੀਰਤਨ ਬਹੁਤ ਹੀ ਅਦਬ ਸਤਿਕਾਰ ਸਹਿਤ ਆਪ ਜੀ ਨੇ ਸਰਵਣ ਕੀਤੇ ਹਨ। ਲੜੀਵਾਰ ਚੱਲ ਰਹੇ ਇਤਿਹਾਸ ਦੀ ਕਥਾ ਅਦਬ ਸਤਿਕਾਰ ਸਹਿਤ ਸਰਵਣ ਕਰਨ ਲਈ ਗੁਰੂ ਚਰਨਾਂ ਵਿੱਚ ਤਤਪਰ ਹੋ ਕੇ, ਸਾਵਧਾਨ ਹੋ ਕੇ, ਇਕਾਗਰ ਚਿਤ ਹੋ ਕੇ ਆਪ ਜੀ ਜੁੜ ਬੈਠੇ। ਕਲਗੀਧਰ ਪਾਤਸ਼ਾਹ ਦੇ ਦਰਬਾਰ ਦੇ ਅੰਦਰ ਵਿਚਾਰ ਚਰਚਾ ਚੱਲ ਰਹੀ ਹੈ। ਇਹ ਚਰਚਾ ਹੇਤ ਦੀ ਚਰਚਾ ਹੈ, ਇਹ ਚਰਚਾ ਵਾਦ ਦੀ ਚਰਚਾ ਹੈ। ਸਤਿਗੁਰੂ ਜੀ ਜਪਜੀ ਸਾਹਿਬ ਦਾ ਮਹਾਤਮ ਦੱਸ ਰਹੇ ਨੇ।
ਪੰਡਤ ਬ੍ਰਿਜ ਲਾਲ ਜੀ ਨੂੰ ਜੋ ਅਨੁਭਵ ਹੋਇਆ ਹੈ ਉਹ ਉਹਨਾਂ ਨੇ ਗੁਰੂ ਚਰਨਾਂ ਵਿੱਚ ਦੱਸਿਆ। ਜਪਜੀ ਸਾਹਿਬ ਦਾ ਮਹਾਤਮ ਕਿਸ ਪਵਿੱਤਰ ਅੰਮ੍ਰਿਤਮਈ ਗੁਰਬਾਣੀ ਦੇ ਪਾਠ ਕਰਨ ਦਾ, ਸੁਣਨ ਦਾ ਮਹਾਤਮ ਸਤਿਗੁਰੂ ਜੀ ਨੇ ਦਰਸਾਇਆ। ਪ੍ਰਾਰੰਭ ਵਿੱਚ ਮੂਲ ਮੰਤਰ ਦੀ ਬਾਤ ਚੱਲ ਰਹੀ ਹੈ। ਦੁਨੀਆਂ ਦੇ ਜਿੰਨੇ ਮੰਤਰ ਨੇ ਉਹਨਾਂ ਸਮੂਹ ਮੰਤਰਾਂ ਵਿੱਚੋਂ ਸ਼੍ਰੋਮਣੀ, ਸ੍ਰੇਸ਼ਟ ਤੇ ਸਰਵੋਤਮ ਮੰਤਰ ਇਹ ਪਾਵਨ ਪਵਿੱਤਰ ਮੰਤਰ ਹੈ, ਮੂਲ ਮੰਤਰ। ਆਓ ਕੁਝ ਸਮੇਂ ਲਈ ਸੁਰਤੀਆਂ ਬਿਰਤੀਆਂ ਨੂੰ ਇਕਾਗਰ ਕਰੀਏ। ਮੂਲ ਮੰਤਰ ਅੰਦਰ ਆਏ, ਉਹਨਾਂ ਦੇ ਭਾਵ ਸਮਝਦਿਆਂ ਨਮਸਕਾਰ ਹੋ ਰਹੀ ਹੈ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਆਪਣੀ ਹਾਜ਼ਰੀ ਲਵਾਈਏ। ਸਮੂਹ ਮਾਈ ਭਾਈ ਆਪਣੀ ਰਸਨਾ ਨੂੰ ਪਵਿੱਤਰ ਕਰੋ ਤੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਓੰਕਾਰਾయ ਨਮః। ਪਹਿਲਾਂ ਇੱਕ ਓੰਕਾਰ ਨੂੰ ਨਮਸਕਾਰ ਕਰਦੇ ਨੇ। ਸਿੱਖਾਂ ਦਾ ਸਿਧਾਂਤ ਇੱਕ ਤੋਂ ਸ਼ੁਰੂ ਹੁੰਦਾ, ਅਦਵੈਤਵਾਦ ਦਾ ਸਿਧਾਂਤ। ਦੁਨੀਆ 'ਚ ਬਹੁਤ ਸਾਰੇ ਮਤ ਨੇ, ਉਹਨਾਂ ਮਤਾਂ ਵਿੱਚ ਦਵੈਤਵਾਦ ਦਾ ਵੀ ਸਿਧਾਂਤ ਹੁੰਦਾ, ਪਰ ਜੋ ਗੁਰਮਤ ਦਾ ਸਿਧਾਂਤ ਹੈ ਅਦਵੈਤਵਾਦ ਦਾ ਹੈ। ਤੇ ਅਦਵੈਤ ਦੀ ਪ੍ਰਾਰੰਭਤਾ ਇੱਕ ਤੋਂ ਹੋ ਜਾਂਦੀ, ਇੱਕ ਅਦਵੈਤ, ਅਦਵੈ, ਜਿਸ ਵਰਗਾ ਕੋਈ ਦੂਜਾ ਨਹੀਂ। ਓੰਕਾਰ ਜੋ ਪੈਦਾ ਵੀ ਕਰਦਾ ਹੈ, ਪਾਲਦਾ ਵੀ ਹੈ ਔਰ ਸੰਘਾਰ ਵੀ ਕਰਦਾ ਹੈ। ਉਸ ਨੂੰ ਸਾਡੀ ਨਮਹਿ ਦਾ ਮਤਲਬ ਹੁੰਦਾ ਨਮਸਕਾਰ ਹੈ, ਨਮਾਮ ਹੈ। ਸਤਿਆਯ ਨਮః। ਹੁਣ ਅੱਗੇ ਸਤਨਾਮ ਆਉਂਦਾ ਨਾ। ਸਤਨਾਮ ਦਾ ਪਹਿਲਾ ਅੱਖਰ ਕੀ ਹੈ? ਸੱਸਾ। ਉਹ ਸੱਸਾ ਅੱਖਰ ਕੀ ਕਹਿੰਦਾ? ਸੱਸਾ ਅੱਖਰ ਕਹਿੰਦਾ ਹੈ ਸਤਿਆਏ ਨਮਹਿ। ਸਤਿਆਏ ਦਾ ਮਤਲਬ ਜੋ ਸਤ ਹੈ। ਸੱਸਾ ਅੱਖਰ ਇਹਦਾ ਸੰਬੋਧਨੀਏ ਹੋ ਰਿਹਾ, ਜੋ ਸਤ ਹੈ ਤ੍ਰਈ ਕਾਲ, ਪਹਿਲਾਂ ਵੀ ਸੀ, ਹੁਣ ਵੀ ਹੈ ਤੇ ਅੱਗੇ ਨੂੰ ਆਉਣ ਵਾਲੇ ਸਮੇਂ ਵਿੱਚ ਵੀ ਰਹੇਗਾ। ਉਹਨੂੰ ਸਾਡੀ ਨਮਸਕਾਰ ਹੈ। ਸੱਸੇ ਅੱਖਰ ਨੂੰ ਪਹਿਲਾਂ ਨਮਸਕਾਰ ਕੀਤੀ। ਇਹਨੂੰ ਇਹ ਭਗਤੀ ਭਾਵਨਾ ਗੁਰੂ ਖਾਲਸਾ ਜੀ। ਇਹ ਨਮਸਕਾਰ ਆਤਮਕ ਮੰਗਲ ਹੀ ਹੋ ਰਿਹਾ ਮੂਲ ਮੰਤਰ ਦਾ। ਪਹਿਲਾ ਅੱਖਰ ਸੱਸਾ ਹੈ ਸਤਨਾਮ ਦਾ। ਤੋ ਉਸ ਸਤ ਸਹਿ ਨੂੰ ਸਾਡੀ ਨਮਸਕਾਰ ਹੈ ਜੋ ਸਤ ਹੈ। ਤਗਿਆਯ ਨਮః। ਦੂਸਰਾ ਅੱਖਰ ਹੈ ਤੱਤਾ। ਤੱਤੇ ਦਾ ਇੱਥੇ ਅਰਥ ਕੀਤਾ ਤਤ ਗਿਆਏ ਨਮਹਿ। ਤਤ ਗਿਆਏ ਦਾ ਮਤਲਬ ਹੁੰਦਾ ਹੈ ਜੋ ਤਤਵ ਸਵਰੂਪ ਹੈ। ਤਤ ਸਵਰੂਪ, ਸਾਰ, ਨਿਚੋੜ। ਜਿਵੇਂ ਦੁੱਧ ਦੇ ਵਿੱਚ ਨਿਚੋੜ ਹੁੰਦਾ ਨਾ, ਤਤ ਸਾਰ ਹੁੰਦਾ ਉਹਦਾ ਮੱਖਣ। ਏਦਾਂ ਇਹ ਸਾਰੇ ਸੰਸਾਰ ਦਾ ਜਿਹੜਾ ਤਤ ਹੈ, ਨਿਚੋੜ, ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ। ਤਤ ਗਿਆਏ ਉਹਨੂੰ ਕਿਹਾ, ਉਹ ਤਤਵ ਸਵਰੂਪ ਹੈ। ਉਹਨੂੰ ਵੀ ਸਾਡੀ ਨਮਹਿ, ਨਮਸਕਾਰ ਹੈ। ਨਾਰਾਇਣਾਏ ਨਮః। ਫਿਰ ਤੀਸਰਾ ਅੱਖਰ ਸਤਨਾਮ ਦਾ, ਸਤ, ਸਾ, ਤਾ ਤੇ ਨਾ, ਨੰਨਾ ਅੱਖਰ ਹੈ ਨਾ। ਉਹ ਨੰਨਾ ਅੱਖਰ ਵਾਚਕ ਹੋ ਰਿਹਾ ਨਾਰਾਇਣਾਏ ਨਮਹਿ। ਨਾਰਾਇਣਾਏ ਨਮਹਿ, ਨਾਂ ਦਾ ਅੱਖਰ ਨਾਰਾਇਣ, ਜੋ ਸੰਸਾਰ ਦੇ ਸਮਸਤ ਨਰਾਂ ਦੇ ਵਿੱਚ ਆਇਆ ਹੋਇਆ ਉਹਨੂੰ ਕਹਿੰਦੇ ਨੇ ਨਾਰਾਇਣ। ਨਰ ਆਇਣ,
ਨਰਾਂ ਵਿੱਚ ਆਇਆ ਹੋਇਆ। ਜਿਤਨੇ ਸੰਸਾਰ ਦੇ ਨਰ ਜੀਵ ਨੇ ਇਹਨਾਂ ਵਿੱਚ ਆਇਆ ਹੋਇਆ ਉਹਨੂੰ ਕਹਿੰਦੇ ਨੇ ਨਾਰਾਇਣ। ਫਿਰ ਦੂਸਰਾ ਅਰਥ ਏਦਾਂ ਵੀ ਮਹਾਂਪੁਰਸ਼ ਕਰਦੇ ਨਾਰਾਇਣ। ਜਿਸ ਰਾਇਣ ਨਾਮ ਰਾਤ ਦਾ ਹੁੰਦਾ ਨਾ, ਰੈਣ ਅਵਿਦਿਆ ਤੇ ਹਨੇਰੇ ਦੀ ਰਾਤ ਜਿਸ ਵਿੱਚ ਨਹੀਂ ਹੈ, ਜੋ ਸਦਾ ਹੀ ਚਾਨਣਾ ਹੈ, ਜੋ ਸਦਾ ਹੀ ਗਿਆਨ ਸਵਰੂਪ ਹੈ, ਉਹਨੂੰ ਵੀ ਕਹਿੰਦੇ ਨੇ ਨਾਰਾਇਣ। ਫਿਰ ਸੰਸਕ੍ਰਿਤ ਦਾ ਜਿਹੜਾ ਸ਼ਬਦ ਹੈ ਨਾ, ਸੰਸਕ੍ਰਿਤ ਵਿੱਚ ਨਾਰ ਕਹਿੰਦੇ ਨੇ ਪਾਣੀ ਨੂੰ। ਸੰਸਕ੍ਰਿਤ ਵਿੱਚ ਨਾਰ ਪਾਣੀ ਨੂੰ ਕਹਿੰਦੇ ਆ। ਆਇਣ ਨਾਮ ਹੁੰਦਾ ਘਰ ਦਾ। ਪਾਣੀ ਵਿੱਚ ਜਿਸ ਦਾ ਘਰ ਹੈ ਉਹਨੂੰ ਕਹਿੰਦੇ ਨੇ ਨਾਰਾਇਣ। ਤੁਸੀਂ ਆਖੋਗੇ ਪ੍ਰਮਾਤਮਾ ਦਾ ਘਰ ਪਾਣੀ ਵਿੱਚ ਹੈ ਕਿ ਪ੍ਰਮਾਤਮਾ ਸਰਬ ਥਾਈ ਨਹੀਂ? ਸਰਬ ਥਾਈ ਵੀ ਹੈ, ਪਰ ਪਾਣੀ ਵਿੱਚ ਵੀ ਉਹਦਾ ਵਿਸ਼ੇਸ਼ ਕਰਕੇ ਨਿਵਾਸ ਹੈ, ਕਿਉਂਕਿ ਜਿੱਥੇ ਪਾਣੀ ਹੈ ਉੱਥੇ ਜੀਵਨ ਹੈ। ਧਰਤੀਆਂ ਤਾਂ ਹੋਰ ਵੀ ਸਾਇੰਸਦਾਨਾਂ ਨੇ ਲੱਭ ਲਈਆਂ ਨੇ, ਮੰਗਲ ਗ੍ਰਹਿ ਵਰਗੇ ਬੜੇ ਗ੍ਰਹਿ ਲੱਭ ਲਏ ਨੇ, ਬਹੁਤ ਧਰਤੀਆਂ ਨੇ, ਪਰ ਜਿੱਥੇ ਪਾਣੀ ਨਹੀਂ ਹੈ ਉੱਥੇ ਜੀਵ ਵੀ ਨਹੀਂ ਹੈ, ਜੀਵਨ ਵੀ ਨਹੀਂ ਹੈ। ਤੋ ਪਾਣੀ ਤੋਂ ਬਿਨਾਂ ਮਨੁੱਖ ਜੀਵਤ ਵੀ ਨਹੀਂ ਰਹਿ ਸਕਦਾ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਪ੍ਰਸ਼ਾਦੇ ਤੋਂ ਬਿਨਾਂ ਕੋਈ ਦਿਨ ਕੱਟ ਸਕਦਾ, ਪਾਣੀ ਤੋਂ ਕੁਝ ਘੰਟੇ ਬਾਅਦ ਹੀ ਸਰੀਰ ਜਿਹੜਾ ਉਹ ਖਤਮ ਹੋ ਜਾਏਗਾ ਪਾਣੀ ਤੋਂ ਬਿਨਾਂ। ਇਸ ਕਰਕੇ ਪਾਣੀ ਵਿੱਚ ਜਿਸ ਦਾ ਘਰ ਹੈ ਉਹਨੂੰ ਕਹਿੰਦੇ ਨਾਰਾਇਣ। ਚੌਥਾ ਅਰਥ ਏਦਾਂ ਵੀ ਕਰਦੇ ਨੇ, ਸਾਹ ਰਗ ਜਿਹੜੀ ਹੁੰਦੀ ਨਾ ਉਹਨੂੰ ਨਾਰ, ਆ ਨਾੜ ਜਿਹੜੀ ਹੈ, ਇੱਥੇ ਜਿਸ ਦਾ ਘਰ ਹੈ ਪ੍ਰਮਾਤਮਾ, ਇੱਥੇ ਕੰਠ ਵਿੱਚ ਵਸਦਾ, ਇੱਥੇ ਉਹਦਾ ਘਰ ਹੈ। ਤੁਸੀਂ ਆਖੋਗੇ ਉਹ ਕਿਵੇਂ? ਸਰੀਰ ਦਾ ਕੋਈ ਅੰਗ ਕੱਟਿਆ ਜਾਏ ਬੰਦਾ ਮਰਦਾ ਨਹੀਂ, ਉਹਦਾ ਇਲਾਜ ਹੋ ਜਾਵੇ ਤਾਂ, ਪਰ ਜਦੋਂ ਆ ਨਾੜ ਕੱਟ ਦਿੱਤੀ ਜਾਏ ਉਸੇ ਵੇਲੇ ਪ੍ਰਾਣ ਉੱਡਣ ਪੰਖੇਰੂ ਹੋ ਜਾਂਦੇ ਹਨ। ਇੱਥੇ ਵੀ ਪਰਮੇਸ਼ਰ, ਇਹਨੂੰ ਵੀ ਨਾਰਾਇਣ ਕਹਿੰਦੇ ਆ। ਤੋ ਜੋ ਸਾਰੇ ਸੰਸਾਰ ਦੇ ਨਰਾਂ ਵਿੱਚ ਆਇਆ ਹੋਇਆ ਹੈ ਉਹਨੂੰ ਕਹਿੰਦੇ ਨੇ ਨਾਰਾਇਣ। ਸਤ ਨਾਮ ਦਾ ਜਿਹੜਾ ਨੰਨਾ ਅੱਖਰ ਹੈ, ਸਤ ਨਾ, ਇਹਦਾ ਮਤਲਬ ਹੈ ਨਾਰਾਇਣ। ਉਸ ਨਾਰਾਇਣ ਨੂੰ ਸਾਡੀ ਨਮਹਿ ਨਮਸਕਾਰ ਹੈ। ਮਖਿਆਇ ਨਮਹਿ। ਹੁਣ ਚੌਥਾ ਅੱਖਰ ਸਤ ਨਾਮ ਦਾ ਮੱਮਾ ਅੱਖਰ ਹੈ, ਉਹਦਾ ਮਤਲਬ ਹੈ ਮਖਿਆਏ ਨਮਹਿ। ਮਖਿਆਏ ਦਾ ਮਤਲਬ ਯੱਗ ਸਵਰੂਪ ਵੀ ਉਹ ਆਪ ਹੈ, ਅਕਾਲ ਪੁਰਖ ਪਰਮੇਸ਼ਰ। ਯੱਗ ਸਵਰੂਪ ਵੀ ਮਖਿਆਏ, ਯੱਗ ਉਹਨੇ ਯੱਗ ਲਾਇਆ ਹੋਇਆ। ਆ ਸੰਸਾਰ ਦਾ ਸਾਰਾ ਯੱਗ ਉਸੇ ਦਾ ਲਾਇਆ ਹੋਇਆ। ਇਸ ਮਖਿਆਏ ਯੱਗ ਰੂਪ ਨੂੰ ਸਾਡੀ ਨਮਸਕਾਰ ਹੈ। ਕਰਤਰੇ ਨਮਹਿ। ਸਤਨਾਮ ਤੋਂ ਬਾਅਦ ਫਿਰ ਆਉਂਦਾ ਕਰਤਾ। ਕਰਤਾ ਪੁਰਖ ਆਉਂਦਾ ਨਾ, ਕਰਤਾ। ਤੇ ਕਰਤਾ ਦਾ ਪਹਿਲਾ ਅੱਖਰ ਕਿਹੜਾ? ਕੱਕਾ। ਕੱਕਾ ਅੱਖਰ ਕੀ ਕਹਿੰਦਾ? ਕਰਤਰੇ ਨਮਹਿ। ਕਰਤਰੇ ਦਾ ਮਤਲਬ ਹੁੰਦਾ ਹੈ ਜਿਹੜਾ ਸਾਰੇ ਸੰਸਾਰ ਨੂੰ ਕਰਨੇ ਵਾਲਾ ਹੈ। ਕਰਤਾ ਜਿਹੜਾ ਸਾਰੇ ਜਗਤ ਦਾ, ਸਾਰੇ ਸੰਸਾਰ ਦਾ, ਸਾਰੀ ਸ੍ਰਿਸ਼ਟੀ ਦਾ, ਸਾਡੇ ਸਾਰਿਆਂ ਦਾ ਕਰਨਹਾਰ, ਉਹਨੂੰ ਸਾਡੀ ਨਮਸਕਾਰ ਹੈ। ਰਖਤਰੇ ਨਮਹਿ। ਹੁਣ ਕਰਤੇ ਦਾ ਦੂਸਰਾ ਅੱਖਰ ਹੈ ਰਾਰਾ। ਕਰਤਾ, ਕਾ, ਰਾ ਤੇ ਤਾ। ਦੂਜਾ ਅੱਖਰ ਹੈ ਰਾਰਾ। ਰਾਰਾ ਦਾ ਜਿਹੜਾ ਰਾਰਾ ਅੱਖਰ ਹੈ ਉਹਦਾ ਕੀ ਵਾਚਕ ਹੈ? ਰਖਤਰੇ ਨਮਹਿ। ਰਖਤਰੇ ਦਾ ਮਤਲਬ ਹੁੰਦਾ ਜਿਹੜਾ ਸਾਡੇ ਸਾਰੇ ਜੀਵਾਂ ਦੀ ਰੱਖਿਆ ਕਰਨ ਵਾਲਾ, ਰੱਖਣਹਾਰ ਹੈ, ਉਹਨੂੰ ਸਾਡੀ ਨਮਸਕਾਰ ਹੈ। ਸਾਡਾ ਸਾਰਿਆਂ ਦਾ ਰੱਖਣਹਾਰ ਹੈ ਨਾ, ਰਖਤਰੇ। ਰਾਰਾ ਅੱਖਰ ਕਹਿੰਦਾ ਵੀ ਵਾਹਿਗੁਰੂ ਪਰਮੇਸ਼ਰ ਸਾਡੀ ਰੱਖਿਆ ਕਰਨ ਵਾਲਾ ਹੈ। ਇਹ ਕਥਾ ਸੁਣ ਕੇ ਜਦੋਂ ਹੁਣ ਤੁਸੀਂ ਮੂਲ ਮੰਤਰ ਪੜੋਗੇ ਇੱਕ ਇੱਕ ਅੱਖਰ ਦੇ ਭਾਵ ਨੂੰ ਸਮਝ ਕੇ, ਤੇ ਕਿੰਨਾ ਸਵਾਦ ਆਵੇਗਾ, ਰਸ ਆਵੇਗਾ। ਕਿ ਕੱਕਾ ਅੱਖਰ ਕਹਿੰਦਾ ਵਾਹਿਗੁਰੂ ਕਰਤਾ ਸਾਰੇ ਸੰਸਾਰ ਦਾ। ਰਾਰਾ ਅੱਖਰ ਕਹਿੰਦਾ ਵਾਹਿਗੁਰੂ ਸਾਡਾ ਰੱਖ ਹੈ, ਉਹ ਸਾਨੂੰ ਰੱਖਣ ਵਾਲਾ ਹੈ। ਰਾਖਾ ਏਕ ਹਮਾਰਾ ਸੁਆਮੀ, ਸਗਲ ਘਟਾ ਕਾ ਅੰਤਰਜਾਮੀ। ਤੂੰ ਮੇਰਾ ਰਾਖਾ ਸਭ ਨਹੀਂ ਥਾਈ। ਵਾਹਿਗੁਰੂ ਪਰਮੇਸ਼ਰ ਰੱਖਣ ਵਾਲਾ, ਰੱਖੇ ਰੱਖਣਹਾਰ, ਆਪ ਉਭਾਰੇ ਹਨ, ਉਹ ਰੱਖਣ ਵਾਲਾ ਹੈ। ਜਿਹੜਾ ਉਹ ਰੱਖਣੇ ਵਾਲਾ, ਰੱਖਣਹਾਰ ਹੈ, ਉਹਨੂੰ ਸਾਡੀ ਨਮਹਿ ਨਮਸਕਾਰ ਹੈ। ਤਾਰਕਾਯ ਨਮਹਿ। ਹੁਣ ਤੀਸਰਾ ਅੱਖਰ ਤੱਤਾ ਹੈ ਨਾ, ਕਰਤੇ ਦਾ। ਤੇ ਤੱਤੇ ਦਾ ਮਤਲਬ ਹੁੰਦਾ ਹੈ
ਤਤ ਤਾਰਿਆ ਨਮ ਹੈ, ਯਾਨੀ ਕਿ ਜਿਹੜਾ ਤਾਰਨਹਾਰ ਹੈ, ਸਾਨੂੰ ਸਾਰਿਆਂ ਨੂੰ ਤਾਰਨੇ ਵਾਲਾ ਹੈ, ਸਾਨੂੰ ਸਾਰਿਆਂ ਨੂੰ ਤਾਰਨੇ ਵਾਲਾ ਹੈ। ਆਪ ਉਹ ਮੁਕਤ ਹੈ, ਸਾਨੂੰ ਮੁਕਤ ਕਰਨ ਵਾਲਾ, ਤਾਰਨ ਵਾਲਾ, ਇਸ ਭਵ ਸਾਗਰ ਤੋਂ, ਸੰਸਾਰ ਸਮੁੰਦਰ ਤੋਂ ਤਾਰਨ ਵਾਲਾ ਹੈ। ਜਿਵੇਂ ਭਾਈ ਮੱਖਣ ਸ਼ਾਹ ਲੁਬਾਣੇ ਦਾ ਧਸਿਆ ਹੋਇਆ ਜਹਾਜ਼ ਬਰੇਤੀ ਵਿੱਚ ਨੌਵੇਂ ਪਾਤਸ਼ਾਹ ਮੋਢਾ ਲਾ ਕੇ ਤਾਰ ਕੇ ਉਹਨੂੰ ਕਿਨਾਰੇ ਲਾਉਂਦੇ ਆ ਨਾ, ਸਤਿਗੁਰੂ ਤਾਰਨ ਆ ਰਹੇ ਨੇ। ਸਾਡੇ ਵੀ ਜਹਾਜ਼ ਧਸੇ ਹੀ ਹੋਏ ਨੇ, ਸਭ ਨੌਵੇਂ ਪਾਤਸ਼ਾਹ ਦੇ ਦਰਬਾਰ 'ਚ ਬੈਠੇ ਆ। ਹੇ ਤਾਰਨਹਾਰ, ਕਿਰਪਾ ਕਰੋ, ਸਾਡੀ ਵੀ ਜ਼ਿੰਦਗੀ ਦਾ ਇਹ ਬੇੜਾ, ਇਹ ਜਹਾਜ਼ ਮਹਾਰਾਜ ਜੀ ਪਾਰ ਲਾਓ। ਹੇ ਤਾਰਨਹਾਰ, ਤੁਹਾਨੂੰ ਸਾਡੀ ਨਮਸਕਾਰ ਹੈ। ਪੁਰਖੋਤਮਾਏ ਨਮః ਫਿਰ ਅੱਗੇ ਹੈ ਕਰਤਾ ਤੋਂ ਬਾਅਦ ਹੁੰਦਾ ਪੁਰਖ। ਪੁਰਖ ਦਾ ਪਹਿਲਾ ਅੱਖਰ ਹੈ ਪੱਪਾ, ਪਾ। ਪਾ ਅੱਖਰ ਦਾ ਵਾਚਕ ਹੈ ਪੁਰਖਿਆਏ ਨਮః, ਪੁਰਖੋਤਮਾਏ ਨਮঃ, ਜੋ ਉੱਤਮ ਪੁਰਸ਼ ਹੈ। ਪੁਰਖੋਤਮ ਪੱਪਾ ਅੱਖਰ ਜਿਹੜਾ ਉਹ ਵਾਚਕ ਹੈ ਪੁਰਖੋਤਮ ਦਾ। ਪੁਰਖੋਤਮ ਕਿਹਨੂੰ ਕਹਿੰਦੇ? ਉੱਤਮ ਪੁਰਖ, ਪੁਰਖੋਤਮ। ਪਰਸ਼ੋਤਮ ਵੀ ਕਹਿ ਦਿੰਦੇ ਆ। ਸ੍ਰੀ ਨਾਨਕ ਪਰਸ਼ੋਤਮੰ ਪਰਮ ਪਰਾਵਰ ਨਾਥ, ਯੁਗਲ ਚਰਨ ਮਮ ਬੰਦਨਾ, ਧਰ ਪਰ ਧਰ ਕਰ ਮਾਥ। ਪੁਰਖੋਤਮਾਏ, ਜੋ ਉੱਤਮ ਪੁਰਸ਼ ਹੈ। ਬਾਕੀ ਤਾਂ ਸਾਰੇ ਸੰਸਾਰ ਦੇ ਆਪਾਂ ਜਿੰਨੇ ਵੀ ਜੀਵ ਹਾਂ, ਉਹਦੀਆਂ ਜੀਵ ਰੂਪੀ ਇਸਤਰੀਆਂ ਹਾਂ। ਪੁਰਖ ਏਕ ਭਗਵੰਤਾ, ਪੁਰਖ ਤਾਂ ਇੱਕ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਸੋ ਪੁਰਖ ਹੈ, ਉਹਨੂੰ ਸਾਡੀ ਨਮਸਕਾਰ ਹੈ। ਰੁਕਮਾ ਕਰਤਰੋ ਨਮః ਹਾਂ, ਰੁਕਮਾ ਕਰਤਰੋ ਨਮః। ਫਿਰ ਪੁਰਖ ਦਾ ਦੂਸਰਾ ਅੱਖਰ ਹੈ ਰਾਰਾ। ਉਹ ਕੀ ਕਹਿੰਦਾ? ਰੁਕਮਾ ਕਰਤਰੋ ਨਮః। ਰੁਕਮਾ ਨਾਮ ਹੁੰਦਾ ਮਾਇਆ ਦਾ। ਇਹ ਜਿਹੜੀ ਮਾਇਆ ਸੰਸਾਰ ਦੀ, ਇਹਦਾ ਜਿਹੜਾ ਕਰਤਾ ਹੈ, ਮਾਇਆ ਦਾ ਕਰਤਾ ਕੌਣ ਹੈ? ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਹੈ, ਜੋ ਮਾਇਆ ਦਾ ਕਰਨ ਵਾਲਾ ਹੈ। ਇਹ ਮਾਇਆ ਆਪ ਜੜ ਹੈ, ਇਹ ਕੁਝ ਨਹੀਂ ਕਰ ਸਕਦੀ। ਆਖੋ ਸਤਿਨਾਮ ਸ੍ਰੀ ਵਾਹਿਗੁਰੂ। ਮਾਇਆ ਜੜ ਹੈ। ਮਾਇਆ ਜਿਵੇਂ ਲੋਹੇ ਦਾ ਇੱਕ ਟੁਕੜਾ ਹੁੰਦਾ ਨਾ, ਉਹ ਨਾ ਤਾਂ ਗਰਮ ਹੁੰਦਾ ਹੈ, ਪਰ ਜਦੋਂ ਅੱਗ ਦੇ ਵਿੱਚ ਰੱਖ ਦਿਓ ਤੇ ਉਸ ਲੋਹੇ ਦੇ ਇੱਕ ਟੁਕੜੇ ਵਿੱਚ 3 ਸ਼ਕਤੀਆਂ ਪੈਦਾ ਹੁੰਦੀਆਂ ਅੱਗ ਦੇ ਸੰਜੋਗ ਨਾਲ। 3 ਸ਼ਕਤੀਆਂ ਕਿਹੜੀਆਂ ਪੈਦਾ ਹੋ ਜਾਂਦੀਆਂ ਲੋਹੇ ਦੇ ਟੁਕੜੇ 'ਚ? ਇੱਕ ਤਾਂ ਲਾਲ ਸੁਰਖ ਹੋ ਜਾਂਦਾ, ਪ੍ਰਕਾਸ਼ ਕਰਨ ਲੱਗ ਪੈਂਦਾ। ਦੂਜਾ, ਉਹਦੇ ਵਿੱਚ ਗਰਮੈਸ਼ ਪੈਦਾ ਹੋਣ ਲੱਗ ਪੈਂਦੀ ਹੈ, ਉਹ ਸਾੜਨ ਦੀ ਸ਼ਕਤੀ ਪੈਦਾ ਕਰਨ ਲੱਗ ਪੈਂਦਾ। ਏਦਾਂ ਉਹਦੇ 'ਚ 3 ਸ਼ਕਤੀਆਂ ਪੈਦਾ ਹੋ ਜਾਂਦੀਆਂ। ਉਸ਼ਨਤਾਈ ਲਾਲ ਹੋ ਜਾਂਦਾ ਹੈ ਤੇ ਸਾੜਨ ਦੀ ਸ਼ਕਤੀ ਉਹਦੇ 'ਚ ਅੱਗ ਨਾਲੋਂ ਵੀ ਜ਼ਿਆਦਾ ਸਾੜਨ ਵਾਲਾ ਹੋ ਜਾਂਦਾ, ਅੱਗ ਦੇ ਸੰਜੋਗ ਨਾਲ। ਪਰ ਅੱਗ ਤੋਂ ਵੱਖਰਾ ਕਰਕੇ ਰੱਖ ਦਿਓ, ਫਿਰ ਕੀ ਕਰੇਗਾ? ਫਿਰ ਤਿੰਨੇ ਹੀ ਨਹੀਂ ਹੈ, ਜੜ ਹੈ ਨਾ। ਏਦਾਂ ਜਿਹੜੀ ਇਹ ਮਾਇਆ ਹੈ, ਇਹਦਾ ਕਰਤਾ ਪਰਮੇਸ਼ਰ ਹੈ। ਇਹਦਾ ਸੰਜੋਗ ਜਦੋਂ ਪਰਮੇਸ਼ਰ ਨਾਲ ਹੁੰਦਾ ਹੈ, ਫਿਰ ਇਹਦੇ 'ਚ 3 ਸ਼ਕਤੀਆਂ ਪੈਦਾ ਹੁੰਦੀਆਂ ਨੇ, ਰਜੋਗੁਣੀ, ਤਮੋਗੁਣੀ, ਸਤੋਗੁਣੀ। ਪੈਦਾ ਕਰਨਾ, ਪਾਲਣਾ ਤੇ ਸੰਘਾਰਨਾ, ਇਹ 3 ਸ਼ਕਤੀਆਂ ਪੈਦਾ ਹੁੰਦੀਆਂ ਪ੍ਰਮਾਤਮਾ ਦੇ ਸੰਜੋਗ ਕਰਕੇ। ਭਗਤ ਨਾਮਦੇਵ ਜੀ ਮਹਾਰਾਜ ਜੀ ਕਹਿੰਦੇ, ਅਸ ਗਾ ਅਸ ਉਸ ਗਾ, ਅਸ ਗਾ ਅਸ ਉਸ ਗਾ। ਇਸ ਮਾਇਆ ਵਿੱਚ ਜਿਹੜਾ ਅਕਸ਼ ਹੈ, ਉਸ ਗਾ ਉਸ ਅਕਾਲ ਪੁਰਖ ਪਰਮੇਸ਼ਰ ਦਾ ਅਕਸ਼ ਹੈ। ਤੋ ਇਹ ਮਾਇਆ ਦਾ ਕਰਨਹਾਰ ਕੌਣ ਹੈ? ਅਕਾਲ ਪੁਰਖ ਪਰਮੇਸ਼ਰ ਹੈ। ਤੋ ਇਸ ਕਰਕੇ ਰੁਕਮਾ ਕਰਤਰੋ ਨਮః, ਜੋ ਮਾਇਆ ਦਾ ਕਰਨਹਾਰ ਹੈ, ਮਾਇਆ ਨੂੰ ਪੈਦਾ ਕਰਨ ਵਾਲਾ ਹੈ, ਉਹ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਸਾਡੀ ਨਮਸਕਾਰ ਹੈ। ਖਾਤਮਨੇ ਨਮః। ਹੁਣ ਪੁਰਖ ਦਾ ਖੱਖਾ ਅੱਖਰ, ਤੀਸਰਾ ਅੱਖਰ ਖੱਖਾ ਹੈ ਨਾ, ਉਹ ਹੁਣ ਖਾ ਅੱਖਰ ਦਾ ਵਾਚਕ ਕੀ ਹੈ? ਖਾ ਅੱਖਰ ਦਾ ਵਾਚਕ ਹੈ ਜੋ ਉੱਤਮ ਹੈ, ਜੋ ਆਕਾਸ਼ ਵਾਂਗੂ ਸਾਰਿਆਂ ਦੇ ਵਿੱਚ ਵਿਆਪਕ ਹੈ। ਜਿਵੇਂ ਆਕਾਸ਼ ਸਾਰਿਆਂ ਵਿੱਚ ਵਿਆਪਕ ਹੁੰਦਾ, ਏਦਾਂ ਆਕਾਸ਼ ਵਾਂਗੂ ਜੋ ਸਾਰਿਆਂ ਵਿੱਚ ਵਿਆਪਕ ਹੈ, ਉਹਨੂੰ ਸਾਡੀ ਨਮਸਕਾਰ ਹੈ। ਨਿਰੰਜਨਾਏ ਨਮః। ਹੁਣ ਅੱਗੇ ਆਇਆ ਨਿਰਭਉ। ਕਰਤਾ ਪੁਰਖ
ਨਿਰਭਉ। ਨਿਰਭਉ ਦਾ ਪਹਿਲਾ ਅੱਖਰ ਹੈ ਨੰਨਾ। ਨੰਨਾ ਅੱਖਰ ਨਿਰੰਕਾਰਾਏ ਨਮः। हे ਵਾਹਿਗੁਰੂ ਤੂੰ ਨਿਰਾਕਾਰ ਹੈ, ਤੇਰਾ ਕੋਈ ਆਕਾਰ ਨਹੀਂ। ਇਹ ਸਾਰਾ ਆਕਾਰ ਤੇਰਾ, ਤੂੰ ਫਿਰ ਵੀ ਨਿਰਾਕਾਰ ਹੈ। ਵੇਖੋ ਕੈਸਾ ਆਸ਼ਚर्य। ਇਹ ਜਿਤਨਾ ਵੀ ਆਕਾਰ ਹੈ ਤੇਰਾ, ਫਿਰ ਤੂੰ ਨਿਰਾਕਾਰ ਹੈ। ਸਹਿਸ ਤਵ ਨੈਣ ਨਨ ਨੈਣ ਹੈ ਤੋਹੇ ਕੋ। ਹਜ਼ਾਰਾਂ ਅੱਖਾਂ ਵੀ ਨੇ ਤੇਰੀਆਂ, ਪਰ ਅਸਲ ਵਿੱਚ ਤੇਰੀ ਇੱਕ ਵੀ ਅੱਖ ਕੋਈ ਨਹੀਂ। ਹਜ਼ਾਰਾਂ ਮੂਰਤਾਂ ਨੇ ਤੇਰੀਆਂ, ਪਰ ਅਸਲ ਵਿੱਚ ਤੇਰੀ ਇੱਕ ਵੀ ਮੂਰਤ ਨਹੀਂ। ਹਜ਼ਾਰਾਂ ਹੀ ਨਾਸਕਾਂ ਨੇ ਤੇਰੀਆਂ, ਪਰ ਵਾਸਤਵਿਕ ਰੂਪ ਵਿੱਚ ਤੇਰੀ ਇੱਕ ਵੀ ਨਾਸਕਾ ਨਹੀਂ। ਕੈਸਾ ਆਸ਼ਚर्य ਹੈ। ਇਹ ਆਕਾਰ ਵੀ ਉਸੇ ਦਾ ਹੈ, ਸਾਰਾ ਆਕਾਰ ਉਸੇ ਦਾ, ਪਰ ਆਪ ਉਹ ਫਿਰ ਵੀ ਨਿਰੰਕਾਰ ਹੈ। ਉਸ ਨਿਰੰਕਾਰ ਨੂੰ ਸਾਡੀ ਨਮः ਨਮਸਕਾਰ ਹੈ। ਰਵਾ ਗਾਤ ਮਨੇ ਨਮः। ਰਥਾਂ, ਰਥਾਂ ਦਾ ਮਤਲਬ ਹੁੰਦਾ ਰੱਥ, ਕਿਉਂਕਿ ਨਿਰਭਉ ਦਾ ਰਾਰਾ ਅੱਖਰ ਜਿਹੜਾ ਉਹਦਾ ਵਾਚਕ ਹੋ ਰਿਹਾ ਹੈ। ਜਿਹੜਾ ਸਾਡੇ ਇਸ ਸਰੀਰ ਰੂਪੀ ਰੱਥ ਦੇ ਵਿੱਚ ਗਮਨ ਕਰਨੇ ਵਾਲਾ ਹੈ। ਸਾਡਾ ਜਿਹੜਾ ਸਰੀਰ ਹੈ ਰੱਥ ਹੈ, ਇਹਦੇ ਵਿੱਚ ਜਿਹੜਾ ਉਹ ਗਮਨ ਕਰਨ ਵਾਲਾ, ਇਹਦੇ ਵਿੱਚ ਚੱਲਣ ਵਾਲਾ। ਖਾਲਸਾ ਜੀ, ਸਰੀਰ ਰੱਥ ਹੈ। 5 ਗਿਆਨ ਇੰਦਰੀਆਂ ਔਰ 5 ਕਰਮ ਇੰਦਰੀਆਂ ਜਿਹੜੀਆਂ ਨੇ, ਇਹ 10 ਘੋੜੇ ਨੇ ਇਸ ਰੱਥ ਨੂੰ ਖਿੱਚਣ ਵਾਲੇ। ਜਿਹੜਾ ਮਨ ਹੈ ਉਹ ਇਸ ਰੱਥ ਨੂੰ, ਘੋੜਿਆਂ ਨੂੰ ਕਾਬੂ ਕਰਕੇ ਚਲਾਉਣ ਵਾਲਾ ਸਾਰਥੀ ਹੈ, ਡਰਾਈਵਰ। ਤੇ ਜਿਹੜੀ ਆਤਮਾ ਹੈ ਉਹ ਇਹਦੇ ਵਿੱਚ ਸਵਾਰੀ ਕਰਨੇ ਵਾਲੀ ਹੈ, ਪਿੱਛੇ ਬੈਠੀ ਹੈ। ਇਹ ਸਾਡੇ ਸਰੀਰ ਦਾ ਰੱਥ ਹੈ। ਇਸ ਰੱਥ ਦੇ ਵਿੱਚ ਜੋ ਆਤਮਾ ਰੂਪ ਹੋ ਕੇ ਗਮਨੇ ਕਰਨੇ ਵਾਲਾ, ਚੱਲਣੇ ਵਾਲਾ ਹੈ, ਉਹ ਕੌਣ ਹੈ? ਪ੍ਰਮਾਤਮਾ। ਉਹਨੂੰ ਸਾਡੀ ਨਮः ਨਮਸਕਾਰ ਹੈ। ਭਵਾਂਤ ਕਾਇ ਨਮः। ਹਾਂ, ਫਿਰ ਹੈ ਭੱਬਾ ਅੱਖਰ। ਨਿਰਭਉ ਹੈ ਨਾ, ਭੱਬਾ ਅੱਖਰ ਜੋ ਸਾਰੇ ਸੰਸਾਰ ਨੂੰ ਪੈਦਾ ਕਰਨ ਵਾਲਾ ਹੈ, ਪੈਦਾ ਕਰਦਾ, ਬਣਾਉਣ ਵਾਲਾ। ਭਾਵ ਸ਼ਬਦ ਜਿਹੜਾ ਨਾ ਸੰਸਕ੍ਰਿਤ ਵਿੱਚ ਹੁੰਦਾ ਭੁਵ, ਇਹਦਾ ਮਤਲਬ ਹੁੰਦਾ ਹੋ ਜਾ, ਬਣ ਜਾ, ਉਹਨੂੰ ਕਹਿੰਦੇ ਨੇ ਭੁਵ। ਤੋ ਜਿਹੜਾ ਇਹ ਸਾਰੇ ਸੰਸਾਰ ਨੂੰ ਭੁਵ ਬਣਾਉਣ ਵਾਲਾ, ਪੈਦਾ ਕਰਨ ਵਾਲਾ, ਉਹਨੂੰ ਸਾਡੀ ਨਮਸਕਾਰ ਹੈ। ਉੱਤਮ ਯਸ ਸੇ ਨਮः। ਫਿਰ ਉੱਤਮ। ਉੱਤਮ ਦਾ ਮਤਲਬ ਹੁੰਦਾ ਜੋ ਸ੍ਰੇਸ਼ਟ ਯਸ ਵਾਲਾ ਹੈ। ਉੱਤਮ ਯਸ ਹੈ, ਜਿਸ ਦਾ ਜਸ ਸ੍ਰੇਸ਼ਟ ਹੈ। ਨਿਰਭਉ, ਭਉ ਊੜਾ ਅੱਖਰ ਹੈ ਨਾ ਅਖੀਰ ਚ, ਉਹਦਾ ਮਤਲਬ ਉੱਤਮ। ਉੱਤਮ ਯਸ ਵਾਲਾ, ਜਿਸ ਦਾ ਯਸ ਉੱਤਮ ਹੈ। ਹੁਣ ਕੋਈ ਕਹੇ ਵੀ ਮਲਨ ਯਸ ਵੀ ਹੁੰਦਾ। ਸਾਡੇ ਵਰਗੇ ਬੰਦਿਆਂ ਦਾ ਜਿਹੜਾ ਜਸ ਹੁੰਦਾ ਉਹ ਮਲਨ ਵੀ ਹੁੰਦਾ। ਅੱਜ ਜਿਹੜੇ ਮੂੰਹ ਨਾਲ ਲੋਕ ਉਪਮਾ ਕਰਦੇ ਨੇ, ਕੁਝ ਇਹੋ ਜਿਹੀ ਖੇਡ ਵਰਤ ਜੇ, ਉਸੇ ਮੂੰਹ ਨਾਲ ਨਿੰਦਾ ਵੀ ਕਰਦੇ ਨੇ। ਫਿਰ ਉੱਤਮ ਜਸ ਕਾਹਦਾ ਹੋਇਆ? ਪਰਮਾਤਮਾ ਦਾ ਜਸ ਉੱਤਮ ਹੈ, ਸ੍ਰੇਸ਼ਟ। ਉਹਦੇ ਉੱਤਮ ਜਸ ਦੀ ਖਾਸੀਅਤ ਇਹ ਹੈ ਕਿ ਜਿਹੜਾ ਯਸ ਉਸ ਵਾਹਿਗੁਰੂ ਪਰਮੇਸ਼ਰ ਦਾ ਅਸੀਂ ਕਰਨਾ ਹੈ ਨਾ, ਉਹ ਯਸ ਸਾਨੂੰ ਨਾਲ ਨਾਲ ਪ੍ਰਾਪਤ ਹੋਈ ਜਾਣਾ। ਉਹਦੀ ਜਿਹੜੀ ਉੱਤਮਤਾ ਹੈ ਉਹ ਸਾਨੂੰ ਨਾਲ ਨਾਲ ਮਿਲੀ ਜਾਣੀ ਹੈ, ਪ੍ਰਾਪਤ ਹੋਈ ਜਾਣੀ ਹੈ। ਜੋ ਉੱਤਮ ਯਸ ਵਾਲਾ, ਉਹਨੂੰ ਵੀ ਸਾਡੀ ਨਮः ਨਮਸਕਾਰ ਹੈ। ਨਿਤਰ ਪਾਇ ਨਮः। ਫਿਰ ਅੱਗੇ ਨਿਰਵੈਰ ਦਾ ਨੰਨਾ ਅੱਖਰ ਚੱਲਿਆ। ਨਿਰਵੈਰ, ਨਿਰਭਉ, ਨਿਰਵੈਰ। ਨਿਰਵੈਰ ਦਾ ਨੰਨਾ ਅੱਖਰ, ਤੇ ਨਿਰਵੈਰ ਦਾ ਜਿਹੜਾ ਨੰਨਾ ਅੱਖਰ ਹੈ ਉਹ ਕੀ ਕਹਿੰਦਾ? ਦੁਬਾਰਾ ਪੜੋ ਜੀ। ਨਿਤਰ ਪਾਇ ਨਮः। ਜੋ ਨਿਤ ਰੰਗਿਆ ਹੋਇਆ, ਨਿਤ ਹੀ ਨਵੇਂ ਰੰਗ ਵਾਲਾ ਹੈ। ਪਰਮੇਸ਼ਰ ਦਾ ਰੰਗ ਨਿਤ ਹੀ ਨਵਾਂ, ਉਹ ਕਦੇ ਪੁਰਾਣਾ ਨਹੀਂ ਹੁੰਦਾ। ਸਾਹਿਬ ਮੇਰਾ ਨੀਤ ਨਵਾਂ, ਉਹ ਸਦਾ ਹੀ ਨਵਾਂ ਹੈ, ਨਿਤ ਹੀ ਨਵੇਂ ਰੰਗ ਵਾਲਾ ਹੈ। ਉਹ ਨਵੇਂ ਰੰਗ ਵਾਲੇ ਵਾਹਿਗੁਰੂ ਪਰਮੇਸ਼ਰ ਨੂੰ ਸਾਡੀ ਨਮਸਕਾਰ ਹੈ। ਰਜਾ ਤਮਨੇ ਨਮः। ਫਿਰ ਉਸ ਵਾਹਿਗੁਰੂ ਪਰਮੇਸ਼ਰ ਨੂੰ, ਰਾਰਾ ਅੱਖਰ ਜਿਹੜਾ ਹੈ ਨਿਰਵੈਰ ਦਾ, ਇਹਦਾ ਵਾਚਕ ਹੈ ਤੇਜ ਸਵਰੂਪ ਨੂੰ। ਰਜਾ ਤਮਾਏ ਦਾ ਮਤਲਬ ਹੁੰਦਾ ਤੇਜ ਸਵਰੂਪ। ਇਹ ਜਿੰਨਾ ਸੂਰਜ ਵਿੱਚ, ਚੰਦਰਮਾ ਵਿੱਚ, ਜੀਵਾਂ ਜੰਤੂਆਂ ਵਿੱਚ ਜਿਹੜਾ ਤੇਜ ਹੈ, ਇਹ ਉਸ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਹੈ।
ਉਸ ਤੇਜਸ ਸਵਰੂਪ ਨੂੰ ਵੀ ਸਾਡੀ ਨਮਸਕਾਰ ਹੈ। ਵੈਕੁੰਠਾय ਨਮः। ਵੈਕੁੰਠਾ ਹੁਣ ਵਾਵਾ ਅੱਖਰ ਹੈ ਨਾ ਨਿਰਵੈਰ ਦਾ, ਉਹ ਵੈਕੁੰਠ ਵਿੱਚ ਵਾਸਾ ਰੱਖਦਾ। ਵੈਕੁੰਠ, ਵੈਕੁੰਠ ਦਾ ਮਤਲਬ ਹੁੰਦਾ ਜਿੱਥੇ ਕੁੰਠਾ ਨਹੀਂ ਹੁੰਦੀ। ਕੁੰਠਾ ਦਵੰਦ, ਦੋ ਚੀਜ਼ਾਂ ਨੂੰ ਕੁੰਠਾ ਕਹਿੰਦੇ ਆ। ਜਿੱਥੇ ਦਵੰਦ ਨਹੀਂ ਉਹਨੂੰ ਕਹਿੰਦੇ ਨੇ ਵੈਕੁੰਠ। ਜਿੱਥੇ ਨਾ ਰਾਗ ਹੈ, ਨਾ ਦ્વੈਸ਼ ਹੈ, ਨਾ ਹਰਖ ਹੈ, ਨਾ ਸੋਗ ਹੈ, ਨਾ ਮਾਣ ਹੈ, ਨਾ ਅਪਮਾਨ ਹੈ, ਉਹਨੂੰ ਕਹਿੰਦੇ ਨੇ ਵੈਕੁੰਠ। ਵੈਕੁੰਠ ਨਗਰ, ਉੱਥੇ ਉਹਦਾ ਵਾਸਾ ਹੈ, ਉਹਨੂੰ ਨਮਸਕਾਰ ਹੈ। ਰਮਾय ਨਮः। ਫਿਰ ਉਹ ਰਮਿਆ ਹੋਇਆ ਸੰਸਾਰ ਦੇ ਸਮਸਤ ਜੀਵਾਂ ਵਿੱਚ। ਰਮਾਏ ਦਾ ਮਤਲਬ ਹੁੰਦਾ ਰਮਿਆ ਹੋਇਆ ਹਰ ਜਗ੍ਹਾ ਵਿੱਚ, ਉਹਨੂੰ ਸਾਡੀ ਨਮਸਕਾਰ ਹੈ। ਅਖਰਾय ਨਮः। ਨਿਰਵੈਰ ਦਾ ਰਾਰਾ ਅੱਖਰ ਹੈ ਨਾ, ਉਹਦਾ ਰਮਾਏ ਅਰਥ ਹੋ ਗਿਆ। ਇਸੇ ਤਰ੍ਹਾਂ ਅੱਗੇ ਚੱਲਿਆ ਅਕਾਲ ਮੂਰਤ। ਅਕਾਲ ਦਾ ਜਿਹੜਾ ਪਹਿਲਾ ਅੱਖਰ ਹੈ ਐੜਾ, ਇਹਦਾ ਮਤਲਬ ਹੈ ਅਖਾਏ ਨਮः। ਅਖਾਏ ਦਾ ਮਤਲਬ ਹੈ ਜਿਸ ਦਾ ਨਾਸ਼ ਨਹੀਂ ਹੁੰਦਾ। ਹਰ ਸ਼ੈ ਬਿਨਸਣੀ ਹੈ, ਹਰ ਸ਼ੈ ਦਾ ਨਾਸ਼ ਹੋਣਾ ਹੈ। ਅੰਡ ਬਿਨਾਸੀ, ਜੇਰ ਬਿਨਾਸੀ, ਉਤਪੁਜ ਸੇਤ ਬਿਨਾਧਾ, ਸਭ ਕੁਝ ਬਿਨਸਣਾ ਹੈ, ਪਰ ਉਹ ਅਕਾਲ ਪੁਰਖ ਪਰਮੇਸ਼ਰ ਅਬਿਨਾਸੀ, ਉਹਨੂੰ ਕਹਿੰਦੇ ਨੇ ਅਖਾਏ। ਅਕਾਲ ਦਾ ਜਿਹੜਾ ਪਹਿਲਾ ਐੜਾ ਅੱਖਰ ਹੈ ਉਹ ਵਾਚਕ ਹੈ ਕਿ ਪ੍ਰਮਾਤਮਾ ਦਾ ਜਿਹੜਾ ਸਵਰੂਪ ਹੈ ਉਹ ਅਬਿਨਾਸੀ ਹੈ, ਉਸ ਦਾ ਵਿਨਾਸ਼ ਨਹੀਂ ਹੁੰਦਾ। ਅਬਿਨਾਸੀ ਜੀਵਨ ਕੋ ਦਾਤਾ, ਸਿਮਰਤ ਸਭ ਮਲ ਖੋਈ, ਜਿਸ ਦਾ ਵਿਨਾਸ਼ ਨਹੀਂ ਹੁੰਦਾ, ਜੋ ਸदैवी ਹੈ। ਘੜਾ ਤੋੜ ਦਿਓ, ਘੜਾ ਤੋੜ ਕੇ ਜਿਹੜਾ ਉਹਦੇ ਵਿੱਚ ਆਕਾਸ਼ ਹੈ ਕਿ ਉਹ ਨਸ ਜਾਂਦਾ, ਨਾਸ ਹੋ ਜਾਂਦਾ ਉਹਦਾ, ਉਹ ਤਾਂ ਫਿਰ ਉਸੇ ਤਰ੍ਹਾਂ ਵਿਆਪਕ ਹੈ। ਤੋ ਇਸ ਤਰ੍ਹਾਂ ਪਾਰ ਬ੍ਰਹਮ ਪਰਮੇਸ਼ਰ ਦਾ ਨਾਸ਼ ਨਹੀਂ ਹੈ। ਅਖਾਏ ਦਾ ਮਤਲਬ ਹੈ ਜੋ ਅਨਾਸੀ ਹੈ, ਉਸ ਨੂੰ ਸਾਡੀ ਨਮਸਕਾਰ ਹੈ। ਕਾਲਾय ਨਮः। ਫਿਰ ਦੂਸਰਾ ਅੱਖਰ ਹੈ ਕੱਕਾ। ਅਕਾਲ ਹੈ ਨਾ, ਅਕਾਲ ਮੂਰਤ, ਤੇ ਕੱਕੇ ਦਾ ਵਾਚਕ ਹੈ ਕਾਲਾਏ ਨਮः। ਉਹ ਸੰਸਾਰ ਦੇ ਸਮਸਤ ਜੀਵਾਂ ਦਾ ਕਾਲ ਰੂਪ ਵੀ ਹੈ। ਕਾਲ ਵੀ ਹੈ ਨਾ ਉਹ ਸਾਰਿਆਂ ਦਾ। ਆਪ ਅਕਾਲ ਹੈ ਪਰ ਫਿਰ ਵੀ ਸਾਰਿਆਂ ਦਾ ਕਾਲ ਹੈ। ਕਾਲ ਪਾਏ ਬ੍ਰਹਮਾ ਬਪਤਰਾ, ਕਾਲ ਪਾਏ ਸਿਵਜੂ ਅਵਤਰਾ, ਕਾਲ ਪਾਏ ਕਰ ਵਿਸ਼ਨ ਪ੍ਰਕਾਸ਼ਾ, ਸਕਲ ਕਾਲ ਕਾ ਕੀਆ ਤਮਾਸਾ। ਉਹ ਸਭ ਦਾ ਕਾਲ ਵੀ ਹੈ, ਜੋ ਸਾਰਿਆਂ ਦਾ ਕਾਲ ਹੈ, ਉਹਨੂੰ ਸਾਡੀ ਨਮਸਕਾਰ ਹੈ। ਲਖਮੀਪਤੀਆय ਨਮः। ਉਸ ਲਖਮੀਪਤੀ ਨੂੰ, ਅਕਾਲ ਹੈ ਨਾ ਲੱਲਾ ਅੱਖਰ, ਫਿਰ ਉਹ ਲਖਮੀਪਤੀ ਯਾਨੀ ਕਿ ਲక్ష్ਮੀ ਦਾ, ਮਾਇਆ ਦਾ ਪਤੀ ਹੈ ਉਹ ਵਾਹਿਗੁਰੂ ਪਰਮੇਸ਼ਰ। ਲਖਮੀ ਮਤਲਬ ਲక్ష్ਮੀ, ਜਿੰਨੀ ਵੀ ਮਾਇਆ, ਇਹਦਾ ਪਤੀ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਸਾਡੀ ਨਮਸਕਾਰ ਹੈ। ਮੂਰਤ ਤਰਾय ਨਮः। ਫਿਰ ਅੱਗੇ ਹੈ ਮੂਰਤ। ਅਕਾਲ ਮੂਰਤ, ਮੂਰਤ ਦਾ ਪਹਿਲਾ ਮੰਮਾ ਅੱਖਰ ਮੂਰਤ, ਉਹਦਾ ਮਤਲਬ ਹੈ ਮੂਰਤ। ਵਾਹਿਗੁਰੂ ਪਰਮੇਸ਼ਰ ਦੀ ਜਿਹੜੀ ਮੂਰਤ ਹੈ ਨਾ, ਉਹ ਨਾਸ਼ ਤੋਂ ਰਹਿਤ ਹੈ। ਸਾਰੀਆਂ ਮੂਰਤਾਂ ਬਿਨਸ ਜਾਂਦੀਆਂ ਨੇ, ਪਰ ਵਾਹਿਗੁਰੂ ਪਰਮੇਸ਼ਰ ਦੀ ਮੂਰਤ ਉਹ ਸਤ ਹੈ, ਸदैवी ਹੈ। ਉਸ ਮੂਰਤ ਨੂੰ ਮੈਂ ਆਪਣੇ ਹਿਰਦੇ 'ਚ ਧਿਆ ਕੇ ਨਮਸਕਾਰ ਕਰਦਾ ਹਾਂ। ਰਮਾਪਤੀਏ ਨਮः। ਫਿਰ ਮੂਰਤ ਦਾ ਦੂਸਰਾ ਅੱਖਰ ਹੈ ਰਾਰਾ। ਮੂਰ ਰਾਰਾ ਅੱਖਰ ਹੈ ਨਾ, ਉਸ ਰਮਾਪਤੀ ਨੂੰ, ਮਾਇਆਪਤੀ ਨੂੰ ਮੇਰੀ ਨਮਸਕਾਰ ਹੈ। ਤ੍ਰਿਲੋਕੇਸ਼ਾय ਨਮः। ਤੀਸਰਾ ਅੱਖਰ ਤੱਤਾ ਹੈ ਮੂਰਤ ਦਾ, ਇਹਦਾ ਮਤਲਬ ਹੈ ਤ੍ਰਿਲੋਕਾਸ਼ਾਏ, ਤਿੰਨਾਂ ਲੋਕਾਂ ਦਾ ਆਸਰਾ। ਤਿੰਨ ਲੋਕ ਨੇ ਨਾ, ਤਿੰਨੇ ਲੋਕਾਂ ਦਾ ਜਿਹੜਾ ਆਸਰਾ ਅਕਾਲ ਪੁਰਖ ਪਰਮੇਸ਼ਰ ਹੈ, ਉਹਨੂੰ ਸਾਡੀ ਨਮਸਕਾਰ ਹੈ। ਅਖਿਆय ਨਮः। ਅਖਿਆਏ ਦਾ ਮਤਲਬ ਜੋ ਨਾਸ਼ ਤੋਂ ਰਹਿਤ ਹੈ, ਸदैवी ਹੈ, ਸਦਾ ਰਹਿਣ ਵਾਲਾ ਹੈ, ਉਹਨੂੰ ਸਾਡੀ ਨਮਸਕਾਰ ਹੈ। ਜਗਦੀਸ਼ਾय ਨਮः। ਅਜੂਨੀ ਅੱਖਰ ਦੇ ਅਰਥ ਚੱਲ ਰਹੇ ਨੇ। ਅਜੂਨੀ, ਅਜੂਨੀ ਦਾ ਐੜਾ ਅੱਖਰ ਅਖਿਆਏ, ਨਾਸ਼ ਤੋਂ ਰਹਿਤ ਵਾਹਿਗੁਰੂ ਨੂੰ ਨਮਸਕਾਰ ਹੈ। ਦੂਸਰਾ ਜੱਜਾ ਅੱਖਰ ਚੱਲਦਾ, ਦੁਬਾਰਾ ਪੜ੍ਹੀਏ ਜੀ। ਜਗਦੀਸ਼ਾय ਨਮः। ਜੋ ਜਗਤ ਦਾ ਈਸ਼ਵਰ ਹੈ, ਸਾਰੇ ਜਗਤ ਦਾ। ਜੱਜਾ ਅੱਖਰ ਵਾਚਕ ਹੈ ਅਜੂਨੀ ਦਾ। ਜੱਜਾ ਅੱਖਰ ਕੀ ਕਹਿੰਦਾ ਕਿ ਵਾਹਿਗੁਰੂ ਪਰਮਾਤਮਾ ਸਾਰੇ ਜਗਤ ਦਾ ਈਸ਼ਵਰ ਹੈ।
ਸਾਰੇ ਜਗਤ ਦਾ ਮਾਲਕ ਹੈ। ਉਹ ਜੋ ਸਾਰੇ ਜਗਤ ਦਾ ਮਾਲਕ ਹੈ ਉਹਨੂੰ ਸਾਡੀ ਨਮਹਿ ਨਮਸਕਾਰ ਹੈ। ਨਿਰਾਕਾਰਾय ਨਮः। ਫਿਰ ਨੰਨਾ ਅੱਖਰ ਹੈ ਅਜੂਨੀ ਦਾ, ਉਹ ਨਿਰਾਕਾਰ ਸਵਰੂਪ ਹੈ। ਉਹ ਜੋ ਨਿਰਾਕਾਰ ਸਵਰੂਪ ਹੈ ਉਸ ਨੂੰ ਵੀ ਸਾਡੀ ਨਮਸਕਾਰ ਹੈ। ਸਦਮੇਸਾय ਨਮः। ਫਿਰ ਸੈਭੰ ਸ਼ਬਦ ਆਇਆ। ਸੈਭੰ ਦਾ ਸੱਸਾ ਅੱਖਰ ਕਹਿੰਦਾ ਹੈ ਕਿ ਵਾਹਿਗੁਰੂ ਪਰਮੇਸ਼ਰ ਨਿਤਿਆ ਈਸ਼ਵਰ ਹੈ, ਬ੍ਰਹਮੰਡ ਰੂਪ ਘਰ ਦਾ ਮਾਲਕ ਹੈ ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ। ਇਹ ਜਿਤਨਾ ਬ੍ਰਹਮੰਡ ਹੈ ਇਹ ਘਰ ਹੈ ਉਸ ਅਕਾਲ ਪੁਰਖ ਦਾ। ਇਹ ਅਕਾਲ ਪੁਰਖ ਦੀ ਕੋਠੜੀ ਹੈ। ਇਹੋ ਜਗ ਸੱਚੇ ਕੀ ਹੈ ਕੋਠੜੀ, ਸੱਚੇ ਕਾ ਵਿੱਚ ਵਾਸ। ਇਹ ਜਗਤ ਵਾਹਿਗੁਰੂ ਪਰਮੇਸ਼ਰ ਦਾ ਘਰ ਵੀ ਹੈ, ਇਹਦੇ ਵਿੱਚ ਉਸ ਦਾ ਨਿਵਾਸ ਹੈ, ਉਹਨੂੰ ਸਾਡੀ ਨਮਸਕਾਰ ਹੈ। ਇਕਾਰ ਵਾਗ ਵਾਇਨੇ ਨਮः। ਜਿਹਨੇ ਏਕਾਰ ਵਾਗ ਆਏ ਵਾਇਨੇ ਨਮః, ਇਹਦਾ ਮਤਲਬ ਹੈ ਕਿ ਇੱਕ ਅੱਖਰ ਨਾਲ ਸੰਸਾਰ ਨੂੰ ਪੈਦਾ ਕਰਨ ਵਾਲਾ। ਜਿਹਨੇ ਕਿਹਾ ਕੀਤਾ ਪਸਾਓ ਏਕੋ ਕਵਾਓ, ਇੱਕੋ ਕਵਾਓ ਨਾਲ ਪਸਾਰਾ ਪਸਾਰਨੇ ਵਾਲਾ ਜਿਹੜਾ ਵਾਹਿਗੁਰੂ ਹੈ ਉਹਨੂੰ ਸਾਡੀ ਨਮਸਕਾਰ ਹੈ। ਪੰਜਨਾय ਨਮः। ਸੈਭੰਗ ਦਾ ਦੂਸਰਾ ਅੱਖਰ ਹੈ ਭੰਗ, ਭਾ। ਭੰਜਨਾਏ ਨਮః, ਜਿਹੜਾ ਸਾਰੇ ਸੰਸਾਰ ਨੂੰ ਭੰਨਣ ਵਾਲਾ ਹੈ, ਸਾਰੇ ਸੰਸਾਰ ਨੂੰ ਖਤਮ ਕਰਨ ਵਾਲਾ ਹੈ, ਉਹਨੂੰ ਸਾਡੀ ਨਮਸਕਾਰ। ਕਿਉਂਕਿ ਭੰਜਨ ਗੜਨ ਸਮਰੱਥ ਹੈ ਨਾ ਪਰਮੇਸ਼ਰ, ਬਣਾਉਂਦਾ ਵੀ ਹੈ ਤੇ ਭੰਨਣ ਵਾਲਾ ਵੀ ਹੈ। ਜਿਹੜਾ ਸਾਰੇ ਸੰਸਾਰ ਨੂੰ ਭੰਨਣ ਵਾਲਾ ਉਹਨੂੰ ਸਾਡੀ ਨਮਸਕਾਰ ਹੈ। ਉਕਾਰਾय ਨਮः। ਉਹ ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਜੋ ਓੰਕਾਰ ਸਵਰੂਪ ਹੈ ਉਹਨੂੰ ਸਾਡੀ ਨਮਸਕਾਰ ਹੈ। ਸਵਾਹਾ ਪ੍ਰਾਣ ਹੁਤੋ ਜਪ ਇਤ। ਕਹਿੰਦੇ ਭਾਈ ਉਸ ਵਾਹਿਗੁਰੂ ਪਰਮੇਸ਼ਰ ਦੇ ਇਸ ਪਾਵਨ ਜਪ ਸਵਰੂਪ ਨੂੰ ਸਾਡੀ ਨਮਸਕਾਰ ਹੈ। ਸਿੱਖ ਸੁਖਾय ਨਮः। ਇਹ ਸਾਰਾ ਮੰਤਰ ਜੋ ਮੂਲ ਮੰਤਰ ਦੱਸਿਆ ਗੁਰ ਪ੍ਰਸਾਦ, ਗੁਰੂ ਦੀ ਕਿਰਪਾ ਦੁਆਰਾ ਹਿਰਦੇ ਦੇ ਵਿੱਚ ਇਹਦਾ ਵਾਸਾ ਹੁੰਦਾ ਹੈ। ਕਹਿੰਦੇ ਇਹਦੇ ਦੁਆਰਾ ਭਾਈ ਸਿੱਖਾਂ ਨੂੰ ਸੁਖ ਦੀ ਪ੍ਰਾਪਤੀ ਹੁੰਦੀ ਹੈ, ਸਿੱਖਾਂ ਦੇ ਹਿਰਦੇ ਨੂੰ ਸੁਖ ਪ੍ਰਾਪਤ ਹੁੰਦਾ ਹੈ। ਇਹ ਸਿੱਖਾਂ ਦੇ ਹਿਰਦਿਆਂ ਨੂੰ ਸੁਖਾਏ, ਸੁਖ ਦੇਣ ਵਾਲਾ ਨਮਹਿ ਨੂੰ ਸਾਡੀ ਨਮਸਕਾਰ ਹੈ। ਦੋਹਰਾ ਅੱਖਰ 36 ਪੰਚ ਪੁਨ 25 ਤਤ ਸੁਜਾਨ। ਇੱਥੇ ਤਾਂ ਹੀ ਇਹਨਾਂ ਦੇ ਅੱਖਰਾਂ ਦੀ ਕੁੱਲ ਗਿਣਤੀ ਬਣ ਜਾਂਦੀ ਹੈ 36 ਅੱਖਰ ਬਣ ਜਾਂਦੇ ਆ ਟੋਟਲ। ਪਹਿਲਾਂ ਜਿਹੜੇ 25 ਅੱਖਰ ਨੇ ਉਹ ਤਤ ਸਵਰੂਪ ਨੇ ਅਕਾਲ ਮੂਰਤ ਤੱਕ। ਇਸ ਤੋਂ ਬਾਅਦ ਫਿਰ ਇਹਨਾਂ ਸਾਰੇ ਅੱਖਰਾਂ ਦੀ ਗਿਣਤੀ ਕਰੀਏ ਤਾਂ ਭਾਈ ਇਹ 36 ਅੱਖਰ ਮੰਤਰ ਬਣ ਜਾਂਦਾ ਹੈ। ਗੁਰ ਪ੍ਰਸਾਦ ਪੜ ਅਗਰ ਤਰੈ ਲਖੋ ਸਿੱਖ ਬੁੱਧਵਾਨ। ਫਿਰ ਗੁਰ ਪ੍ਰਸਾਦ ਕਹਿ ਕੇ ਹੇ ਸੁਜਾਨ ਗੁਰ ਸਿੱਖੋ ਇਸ ਪਵਿੱਤਰ ਪਾਵਨ ਮੰਤਰ ਨੂੰ ਪੜੋ ਔਰ ਹੈ ਬੁੱਧੀਵਾਨ ਸਿੱਖੋ ਆਪਣੇ ਸਵਰੂਪ ਨੂੰ ਲਖੋ ਜਾਣੋ। ਅਰ ਲਿਖ ਬੇ ਮੈਂ ਬਰਨ 8 5 ਪ੍ਰਾਣ ਕੇ ਮਾਝ। ਕਹਿੰਦੇ ਲਿਖਣ ਦੇ ਵਿੱਚ ਜਦੋਂ ਮੰਨ ਲਓ ਕਿਸੇ ਨੂੰ ਚਿੱਠੀ ਲਿਖਣੀ ਹੈ ਤਾਂ ਉਸ ਵੇਲੇ 8 ਅੱਖਰ ਹੀ ਲਿਖਣੇ ਆ। ਇੱਕ ਓੰਕਾਰ ਸਤਿਗੁਰ ਪ੍ਰਸਾਦ, ਇਹ ਮਹਾਰਾਜ ਜੀ ਦਾ 500 ਤੋਂ ਵੱਧ ਵਾਰ ਗੁਰੂ ਗ੍ਰੰਥ ਸਾਹਿਬ ਵਿੱਚ ਇਹ ਮੰਗਲ ਆਉਂਦਾ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਕਹਿੰਦੇ ਜਦੋਂ ਕਿਸੇ ਨੂੰ ਲਿਖ ਕੇ ਕੁਝ ਭੇਜਣਾ, ਚਿੱਠੀ ਲਿਖ ਕੇ ਭੇਜਣੀ ਆ। ਅੱਜ ਕੱਲ ਤਾਂ ਪ੍ਰਿੰਟਿੰਗ ਪ੍ਰੈਸਾਂ ਜਦੋਂ ਦੀਆਂ ਆਈਆਂ ਕਾਰਡ ਛਪਦੇ ਨੇ, ਉਹਨਾਂ ਕਾਰਡਾਂ ਦੇ ਉੱਤੇ ਵੀ ਆਪਾਂ ਇਹ ਲਿਖ ਦਿੰਦੇ ਆ, ਫਿਰ ਉਹ ਕਾਰਡ ਰੁਲਦੇ ਰਹਿੰਦੇ ਆ। ਪੁਰਾਣੇ ਵੇਲਿਆਂ 'ਚ ਚਿੱਠੀ ਹੁੰਦੀ ਸੀ, ਉਹ ਚਿੱਠੀ ਭੇਜਣੀ, ਚਿੱਠੀਆਂ ਲੋਕ ਸਾਂਭ ਕੇ ਰੱਖਿਆ ਕਰਦੇ ਸਨ। ਹੁਣ ਤਾਂ ਕਾਰਡ ਹੀ ਇੰਨੇ ਹੁੰਦੇ ਆ, ਫਿਰ ਉਹਦੇ ਤੇ ਜਿਹੜਾ ਉੱਪਰ ਇੱਕ ਓੰਕਾਰ ਸਤਿਗੁਰ ਪ੍ਰਸਾਦ ਜਾਂ ਕੁਝ ਗੁਰਬਾਣੀ ਦੀਆਂ ਪੰਕਤੀਆਂ ਲਿਖੀਆਂ ਹੁੰਦੀਆਂ, ਉਹ ਯਤਨ ਕਰਿਆ ਕਰੋ ਉਨੀ ਕੁ ਜਗ੍ਹਾ ਉੱਤੋਂ ਕੱਟ ਕੇ ਨਾ ਕਾਰਡ ਨਾਲੋਂ ਉਹ ਵੱਖਰੀ ਰੱਖ ਛੱਡਿਆ ਕਰੋ ਜਿੱਥੇ ਕੇਸ ਰੱਖਦੇ ਹੋ। ਜਦੋਂ ਕੇਸਾਂ ਦਾ ਸੰਸਕਾਰ ਕੀਤਾ ਨਾਲ ਉਹਦਾ ਵੀ ਸੰਸਕਾਰ ਕਰ ਦਿੱਤਾ। ਤੇ ਉਹ ਬਾਹਰ ਗੰਦਗੀ ਦੇ ਵਿੱਚ ਨਾ ਸੁੱਟਿਆ ਕਰੋ ਭਾਈ, ਗੁਰਬਾਣੀ ਦੀ ਬੇਅਦਬੀ ਹੁੰਦੀ ਹੈ। ਸਤਿਕਾਰ ਕਰਨਾ ਚਾਹੀਏ ਗੁਰਬਾਣੀ ਦਾ। ਜਿੰਨਾ ਸਤਿਕਾਰ ਕਰਾਂਗੇ ਸਤਿਗੁਰਾਂ ਦੀ ਬਾਣੀ ਦਾ, ਸਾਡਾ ਉਨਾ ਹੀ ਸਤਿਕਾਰ ਬਣੇਗਾ ਸੰਸਾਰ ਵਿੱਚ। ਜੇ ਸਤਿਗੁਰਾਂ ਦਾ ਸਤਿਕਾਰ ਨਹੀਂ ਕਰਨਾ ਤੇ ਸਾਡਾ ਵੀ ਨਹੀਂ ਸਤਿਕਾਰ ਰਹਿਣਾ।
ਜੇ ਚਾਹੁੰਦੇ ਹੋ ਸਾਡਾ ਸਤਿਕਾਰ ਬਣਿਆ ਰਹੇ ਤੇ ਫਿਰ ਭਾਈ ਗੁਰੂ ਸਾਹਿਬ ਦਾ ਸਤਿਕਾਰ ਕਰੋ। ਏਕ ਓੰਕਾਰ ਸਤਿਗੁਰ ਪ੍ਰਸਾਦ ਲਿਖਿਆ ਹੁੰਦਾ, ਜਾਂ ਲੱਖ ਖੁਸ਼ੀਆਂ ਪਾਤਸ਼ਾਹੀਆਂ। ਜੇ ਕੋਈ ਮਰਗਤ ਹੈ ਤਾਂ ਜਿਹਾ ਚਿਰੀ ਲਿਖਿਆ ਇਹ ਪੰਕਤੀਆਂ ਉੱਤੇ ਪਹਿਲੀ ਗੱਲ ਤਾਂ ਲਿਖਾਓ ਹੀ ਨਾ, ਉਹ ਉਦਾਂ ਹੀ ਸ਼ੁਰੂਆਤ ਕਰ ਲਿਆ ਕਰੋ। ਹੋਰ ਬਹੁਤ ਸਾਰੀਆਂ ਕਵਿਤਾਵਾਂ ਬਣੀਆਂ ਹੋਈਆਂ ਪੰਜਾਬੀ ਵਿੱਚ, ਉਹ ਕਵਿਤਾ ਰੂਪ ਕਰਕੇ ਲਿਖ ਲਓ ਜੇ ਕੁਝ ਲਿਖਣਾ ਹੈ ਤਾਂ। ਪਰ ਜੇ ਤੁਹਾਡਾ ਨਹੀਂ ਸਰਦਾ ਮੰਨ ਲਓ ਤਾਂ ਫਿਰ ਭਾਈ ਉਹ ਜਿਹੜੇ ਕਾਰਡ ਦੇ ਉੱਤੇ ਲਿਖਿਆ ਹੁੰਦਾ ਏਕ ਓੰਕਾਰ ਸਤਿਗੁਰ ਪ੍ਰਸਾਦ, ਜਾਂ ਅਖਬਾਰ ਦੇ ਵਿੱਚ ਕਈ ਵਾਰੀ ਗੁਰਬਾਣੀ ਲਿਖੀ ਹੁੰਦੀ ਹੈ, ਤੁਸੀਂ ਵੇਖ ਲਓ ਤਾਂ ਵੇਖਣ ਤੋਂ ਬਾਅਦ ਉਹ ਤੁਸੀਂ ਓਨੀ ਕੁ ਜਗ੍ਹਾ ਕੱਟ ਲਓ ਪਾੜ ਕੇ ਅਖਬਾਰ ਵਿੱਚੋਂ ਜਾਂ ਕਾਰਡ ਚੋਂ, ਉਹ ਸਤਿਕਾਰ ਨਾਲ ਰੱਖ ਕੇ ਉਹਦਾ ਅੰਤਮ ਸੰਸਕਾਰ ਕਰ ਦੇਣਾ ਚਾਹੀਏ ਤਾਂ ਜੋ ਗੁਰਬਾਣੀ ਦੀ ਬੇਅਦਬੀ ਨਾ ਹੋਵੇ। ਮੈਂ ਤਾਂ ਇਹੋ ਜਿਹੇ ਗੁਰਮੁਖ ਗੁਰਸਿੱਖਾਂ ਬਾਰੇ ਵੀ ਸੁਣਿਆ ਤੇ ਪੰਜਾਬੀ ਵਿੱਚ ਲਿਖੀ ਹੋਈ ਕੋਈ ਵੀ ਚੀਜ਼ ਕਿਤੇ ਜ਼ਮੀਨ 'ਚ ਰੁਲੀ ਵੇਖਣੀ ਉਹਨਾਂ ਨੇ ਚੁੱਕ ਲੈਣੀ ਵੀ ਪੰਜਾਬੀ 'ਚ। ਉਹਨਾਂ ਨੂੰ ਕਹਿਣਾ ਬਾਬਾ ਜੀ ਤਾਂ ਕਹਿੰਦੇ ਗੁਰਮੁਖੀ ਇਹ ਜਿਹੜੇ ਅੱਖਰ ਨੇ ਨਾ, ਇਹਨਾਂ ਅੱਖਰਾਂ 'ਚ ਸਾਰੇ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਲਿਖੀ ਹੈ, ਇਹਨਾਂ ਅੱਖਰਾਂ ਦੀ ਬੇਅਦਬੀ ਕਿਉਂ ਹੋਵੇ? ਇਹਨਾਂ ਅੱਖਰਾਂ ਵਿੱਚ ਮਹਾਰਾਜ ਜੀ ਦੀ ਬਾਣੀ ਲਿਖੀ ਹੋਈ। ਤੋ ਇਹੋ ਜਿਹੇ ਸਿੰਘ ਸਨ ਵੀ ਰੋਜ਼ ਉਹਨਾਂ ਨੇ ਪਹਿਲਾਂ ਸਵੇਰੇ ਉੱਠ ਕੇ ਨਾ 35 ਅੱਖਰੀ ਦਾ ਪਾਠ ਕਰਨਾ, ਊੜਾ ਐੜਾ ਈੜੀ ਸੱਸਾ ਹਾ, ਉਹ 35 ਅੱਖਰ ਉਹਨਾਂ ਪੂਰੇ ਪੜ੍ਹਨੇ। ਹੋਰ ਉਹਨਾਂ ਨੂੰ ਆਉਂਦਾ ਨਹੀਂ ਸੀ ਪੜ੍ਹਨਾ। ਉਹ ਕਹਿੰਦੇ ਜੀ ਕਹਿੰਦੇ 35 ਅੱਖਰ ਹੀ ਆਉਂਦੇ ਆ ਮੈਨੂੰ, ਹੋਰ ਕੁਝ ਬਾਣੀਆਂ ਕੰਠ ਸੀ। ਉਹ ਕਹਿੰਦੇ ਇਹਨਾਂ 35 ਅੱਖਰਾਂ ਦਾ ਮੈਂ ਪਾਠ ਤਾਂ ਕਰਦਾ ਵੀ ਇਹਨਾਂ 35 ਅੱਖਰਾਂ ਦੇ ਵਿੱਚ ਸਾਰਾ ਗੁਰੂ ਗ੍ਰੰਥ ਸਾਹਿਬ ਲਿਖਿਆ ਹੋਇਆ ਹੈ। ਸਤਿ ਸ੍ਰੀ ਅਕਾਲ। ਹੁਣ ਆਮ ਕਰਕੇ ਸਾਨੂੰ ਤਾਂ 35 ਅੱਖਰੀ ਵੀ ਭੁੱਲ ਗਈ ਹੈ। ਛੋਟੇ ਹੁੰਦਿਆਂ ਸਕੂਲਾਂ 'ਚ ਪੜ੍ਹੀ ਆ, ਉਦੋਂ ਭਾਵੇਂ ਪੜ੍ਹ ਲਈਏ। ਹੁਣ ਕੋਈ ਕਹੇ 35 ਅੱਖਰੀ ਸੁਣਾਓ, ਸ਼ਾਇਦ ਸਾਨੂੰ ਭੁੱਲ ਜਾਏ, ਕਿਸੇ ਵਿਰਲੇ ਨੂੰ ਸਿਮਰਤੀ ਵਿੱਚ ਹੋਵੇ। ਤੋ ਕਹਿਣ ਤੋਂ ਭਾਵ ਇਹ ਭਾਵਨਾ ਦੀ ਬਾਤ ਹੈ। ਮੈਂ ਇਹ ਨਹੀਂ ਕਹਿੰਦਾ ਜਾ ਕੇ ਤੁਸੀਂ ਹੁਣ 35 ਅੱਖਰੀ ਦਾ ਨਿਤਨੇਮ ਕਰਨ ਲੱਗ ਪਓ। ਮੈਂ ਗੱਲ ਭਾਵਨਾ ਦੀ ਸੁਣਾ ਰਿਹਾ ਵੀ ਗੁਰਸਿੱਖਾਂ ਦਾ ਇਹ ਪ੍ਰੇਮ ਹੈ ਗੁਰਬਾਣੀ ਪ੍ਰਤੀ, ਮਹਾਰਾਜ ਜੀ ਦੇ ਅੱਖਰਾਂ ਪ੍ਰਤੀ। ਤੋ ਸਤਿਗੁਰਾਂ ਦੇ ਅੱਖਰਾਂ ਪ੍ਰਤੀ ਵੀ ਭਾਵਨਾ। ਤੇ ਜਦੋਂ ਲਿਖਣ ਦੇ ਵਿੱਚ ਚਿੱਠੀ ਲਿਖੀ ਜਾਂਦੀ ਸੀ ਪੁਰਾਣੇ ਵੇਲਿਆਂ ਵਿੱਚ, ਉਦੋਂ ਅੱਜ ਵਾਂਗੂ ਨਹੀਂ ਸੀ ਡਾਕਖਾਨਿਆਂ 'ਚ ਰੁਲਦੀਆਂ ਜਾਂਦੀਆਂ ਚਿੱਠੀਆਂ, ਬਾਏ ਹੈਂਡ ਭੇਜਿਆ ਕਰਦੇ ਸਨ। ਲੈ ਕੇ ਜਾਂਦੇ ਸੀ, ਮਰਾਸ਼ੀ ਲੈ ਕੇ ਜਾਂਦੇ ਸਨ, ਪਿੰਡਾਂ 'ਚ ਮਹਿਰੇ ਹੁੰਦੇ ਸਨ, ਉਹ ਚਿੱਠੀ ਲੈ ਕੇ ਜਾਇਆ ਕਰਦੇ। ਉਹਦੇ ਤੇ ਸ਼ੁਰੂਆਤ ਵਿੱਚ ਲਿਖਿਆ ਜਾਂਦਾ ਸੀ ਏਕ ਓੰਕਾਰ ਸਤਿਗੁਰ ਪ੍ਰਸਾਦ। ਸਾਏ ਦੀ ਚਿੱਠੀ ਜਿਵੇਂ ਅੱਜ ਕੱਲ੍ਹ ਵੀ ਵਿਚੋਲੇ ਲੈ ਕੇ ਜਾਂਦੇ ਆ, ਉਹਦੇ 'ਚ ਆਪਾਂ ਲਿਖ ਸਕਦੇ ਹਾਂ ਉੱਤੇ। ਤੋ ਉਦੋਂ ਲਿਖਣ ਮਾਤਰ ਵਿੱਚ ਕੇਵਲ ਇਹ 8 ਅੱਖਰ ਹੀ ਲਿਖੇ ਜਾਣਗੇ। 8 ਅੱਖਰ ਹੀ ਬਣਦੇ ਆ ਟੋਟਲ। ਏਕ ਓੰਕਾਰ ਨੂੰ 1 ਅੱਖਰ ਗਿਣਨਾ। ਸਤਿਗੁਰ 4 ਅੱਖਰ ਹੋ ਗਏ, ਸਤ ਸੱਸਾ ਤੱਤਾ ਗੱਗਾ ਤੇ ਰਾਰਾ। ਪ੍ਰਸਾਦ 3 ਅੱਖਰ ਉਹ ਹੋ ਗਏ, ਤੇ ਅੱਧਾ ਜਿਹੜਾ ਅੱਖਰ ਆ ਉਹ ਨਹੀਂ ਗਿਣਿਆ ਜਾਣਾ ਵਿੱਚ, 8 ਅੱਖਰ ਹੀ ਗਿਣੇ ਜਾਣਗੇ। ਤੋ ਇਹ 8 ਅੱਖਰ ਜਿਹੜੇ ਨੇ ਉਹ ਲਿਖਣ ਮਾਤਰ ਵਿੱਚ ਆਉਣੇ ਚਾਹੀਦੇ ਹਨ। 25 ਸਭ ਵਿਵਹਾਰ ਮੇ 36 ਲੱਖ ਗੁਣ ਸਾਂਝ। ਕਹਿੰਦੇ 36 ਅੱਖਰ ਤੇ 25 ਅੱਖਰ ਵੀ ਨਾਲ ਨਾਲ ਇਹ ਵੀ ਪੜ੍ਹੀ ਜਾਣੇ ਹਨ। 36 ਲੱਖ ਆਹੂਤ ਦੇ ਮੁਕਤ ਹੋਏ ਤਤਕਾਲ। ਕਹਿੰਦੇ ਨਾ 36 ਅੱਖਰਾਂ ਨੂੰ ਕਈ ਗੁਰਸਿੱਖ 36 ਲੱਖ ਵਾਰੀ ਵੀ ਜਪਦੇ ਹਨ ਔਰ ਗੁਰੂ ਸਾਹਿਬ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਹਨ। ਜਪ ਤੇ ਆਤਮ ਸ਼ੁੱਧ ਹੋਏ ਮਾਰਜਨ ਦੁਖਨ ਟਾਲ। ਇਸ ਪਾਵਨ ਬਾਣੀ ਨੂੰ ਪੜ੍ਹ ਕੇ ਦਾ ਜਾਪ ਕਰਕੇ ਹਿਰਦਾ ਸ਼ੁੱਧ ਹੁੰਦਾ ਹੈ, ਅੰਤਸ਼ਕਰਨ ਦੀ ਸ਼ੁੱਧੀ ਹੁੰਦੀ ਹੈ। ਹਿਰਦੇ ਦੇ ਜਨਮ ਜਨਮਾਂਤਰਾਂ ਦੇ ਕੀਤੇ ਹੋਏ ਜਿਹੜੇ ਪਾਪ ਨੇ ਉਹ ਕੱਟੇ ਜਾਂਦੇ ਹਨ। ਪ੍ਰਥਮ ਸ਼ਲੋਕ ਜਪ ਕੋ ਭਲੋ ਤਿਸ ਕੀ ਬਿਦ ਕਹਿ ਦੀਨ। ਕਹਿੰਦੇ ਪਹਿਲਾ ਸ਼ਲੋਕ ਜਪਦਾ ਹੈ ਭਾਈ, ਇਹਨੂੰ ਪੜੋ, ਇਹਦੀ ਵਿਧੀ ਦੱਸ ਦਿੱਤੀ ਹੈ। ਆਗੇ ਸਭ ਪੌੜੀਨ ਕੋ ਕਹੈ ਸੋ ਸੁਨੋ ਪ੍ਰਬੀਨ। ਇਹ ਪ੍ਰਬੀਨ ਜਣੋ, ਇਹਦੇ ਤੋਂ ਅੱਗੇ ਹੁਣ ਜਿਹੜੀਆਂ ਜਪਜੀ ਸਾਹਿਬ ਦੀਆਂ ਪੌੜੀਆਂ ਦਾ ਮਹਾਤਮ ਹੈ ਉਹ ਵੀ ਅਸੀਂ ਤੁਹਾਨੂੰ ਦੱਸਦੇ ਹਾਂ। ਹੇ ਪਿਆਰ ਵਾਲਿਓ ਸਰੋਤਿਓ, ਧਿਆਨ ਨਾਲ ਸੁਣੋ। ਦੋਹਰਾ ਸ਼੍ਰੀ ਜਪ ਜੀ ਪੌੜੀ ਪ੍ਰਥਮ ਕਰਹਿ ਕਾਮਨਾ ਪੂਰ। ਇਹ ਮੂਲ ਮੰਤਰ ਨੂੰ ਗੁਰਸਿੱਖ ਪਹਿਲੀ ਪੌੜੀ ਦਾ ਜਾਪ ਕਹਿੰਦੇ ਹੈ ਜਪਜੀ ਸਾਹਿਬ ਦੀ।
ਵੈਸੇ ਪੌੜੀਆਂ ਤਾਂ ਅੱਗੇ ਸੋਚਾ ਸੋਚ ਇੱਥੋਂ ਸ਼ੁਰੂ ਹੁੰਦੀਆਂ, 38 ਪੌੜੀਆਂ ਬਣਦੀਆਂ ਹਨ, ਤੇ ਇਹਨੂੰ ਪਹਿਲੀ ਪੌੜੀ ਨੂੰ ਵੀ ਨਾਲ ਜੋੜ ਕੇ ਤੇ ਅਖੀਰਲੂ ਇੱਥੇ 40 ਪੌੜੀਆਂ ਗਿਣੀਆਂ ਨੇ ਸੋ ਸਾਖੀ ਵਾਲੇ ਨੇ ਨਾ, ਜਿਹਦੇ ਆਧਾਰ ਤੇ ਭਾਈ ਸਾਹਿਬ ਨੇ ਕਥਾ ਲਿਖੀ ਹੈ। ਇਹਨੂੰ ਕੁੱਲ ਗਿਣਤੀ 40 ਵਿੱਚ ਜੋੜਿਆ ਕਿਉਂਕਿ ਮਹਾਤਮ ਦੱਸਿਆ ਨਾਲ ਨਾਲ। ਹੈਣ 38 ਪੌੜੀਆਂ ਤੋਂ ਪਹਿਲੀ ਪੌੜੀ ਦਾ ਪਾਠ ਆਮ ਛੋਟੇ ਹੁੰਦੇ ਸੁਣਨੇ ਵੀ ਪਹਿਲੀ ਪੌੜੀ ਦਾ ਪਾਠ ਆਉਂਦਾ ਤੈਨੂੰ, ਜਪਜੀ ਸਾਹਿਬ ਮੂਲ ਮੰਤਰ ਨੂੰ ਪਹਿਲੀ ਪੌੜੀ ਕਹਿ ਦਿੰਦੇ ਗੁਰਸਿੱਖ। ਤੋ ਕਹਿੰਦੇ ਭਾਈ ਜਿਹੜੀ ਜਪਜੀ ਦੀ ਪਹਿਲੀ ਪੌੜੀ ਹੈ ਇਸ ਨੂੰ ਪੜ੍ਹ ਕੇ ਸਾਰੀਆਂ ਕਾਮਨਾਵਾਂ ਪੂਰੀਆਂ ਹੁੰਦੀਆਂ। ਜਦੋਂ ਕੋਈ ਗੁਰਮੁਖ ਗੁਰਪਿਆਰੇ ਇਸ ਪਾਵਨ ਪਹਿਲੀ ਪੌੜੀ ਨੂੰ ਜਪਦੇ ਨੇ ਉਹਨਾਂ ਦੀਆਂ ਸਾਰੀਆਂ ਕਾਮਨਾਵਾਂ ਪੂਰਨ ਹੁੰਦੀਆਂ ਨੇ। ਪਾਠਕ ਸਭ ਸੁਖ ਪਾਏ ਕੈ ਬਿਗਨ ਬਿਨਾਸੈ ਕੂਰ। ਭਾਈ ਜਿਹੜਾ ਪਾਠਕ ਹੈ ਨਾ, ਇਹਦਾ ਪਾਠਕ ਦਾ ਮਤਲਬ ਪੜਨ ਵਾਲਾ, ਪਹਿਲੀ ਪੌੜੀ ਨੂੰ ਪੜਨ ਵਾਲਾ, ਉਹਦਾ ਜਿਹੜਾ ਪਾਠਕ ਹੈ ਉਹਨੂੰ ਸਾਰੇ ਸੁੱਖ ਪ੍ਰਾਪਤ ਹੁੰਦੇ ਨੇ ਔਰ ਉਹਨਾਂ ਸਾਰੇ ਬਿਗਨਾਂ ਦਾ, ਜਿਹੜੇ ਝੂਠੇ ਬਿਗਨ ਨੇ, ਉਹਨਾਂ ਦਾ ਨਾਸ਼ ਹੁੰਦਾ ਹੈ। ਆਸ਼ਾ ਪਰ ਦੂਜੀ ਪੜੈ ਆਦ ਸੱਚ ਦੇਹ ਨਾਮ। ਕਹਿੰਦੇ ਆਸਾ ਦੇ ਉੱਤੇ ਦੂਜੀ ਪੌੜੀ ਪੜੇ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ। ਕਹਿੰਦੇ ਇਸ ਤਰ੍ਹਾਂ ਭਾਈ ਮਨ ਦੀਆਂ ਆਸਾਂ ਪੂਰਨ ਹੁੰਦੀਆਂ ਨੇ ਇਸ ਸਾਰੀ ਪੌੜੀ ਨੂੰ ਪੜ੍ਹ ਕੇ। ਦੇਵ ਮੰਤਰ ਅਰ ਚਲਨ ਮੈਂ ਔਸ਼ਧ ਰਸਾਇਣ ਸ਼ਾਮ। ਦੇਵ ਮੰਤਰ ਨੂੰ ਪ੍ਰਾਪਤ ਕਰਨ ਲਈ, ਚਾਲਾ ਮਾਰਨ ਵੇਲੇ, ਦਵਾਈ ਬਣਾਉਣ ਲਈ, ਕੋਈ ਰਸਾਇਣ ਤਿਆਰ ਕਰਨਾ ਜਾਂ ਸ਼ਰਨ ਚ ਪੈਣ ਲਈ ਇਹ ਜਿਹੜੀ ਪੌੜੀ ਹੈ ਮੂਲ ਮੰਤਰ ਦੀ, ਇਹਦਾ ਜਾਪ ਕਰੇ। ਵਿਪਦਾ ਕਾਰਜ ਹਾਨ ਮਹਿ ਗਾਵਹਿ ਕੋ ਰਹਿ ਲਾਗ। ਕਹਿੰਦੇ ਜਦੋਂ ਕੋਈ ਵਿਪਤਾ ਦਾ ਕਾਰਜ ਹੋਵੇ, ਕੋਈ ਵਿਪਤਾ ਪੈ ਜੇ ਇੱਕਦਮ, ਉਸ ਵੇਲੇ ਇਹ ਪਾਵਨ ਪੌੜੀ ਪੜੇ। ਗਾਵੈ ਕੋ ਤਾਣ ਹੋਵੈ ਕਿਸੈ ਤਾਣ, ਗਾਵੈ ਕੋ ਦਾਤ ਜਾਣੈ ਨਿਸ਼ਾਨ। ਜਦੋਂ ਵਿਪਤਾ ਦਾ ਸਮਾਂ ਹੋਵੇ ਪੌੜੀ ਪੜਦੇ ਆ ਗੁਰਸਿੱਖ। ਵੈਸੇ ਮੈਂ ਤਾਂ ਬੇਨਤੀ ਕਰਦਾ ਵੀ ਸਾਰਾ ਪਾਠ ਹੀ ਕਰ ਲਿਆ ਕਰੀਏ ਜਪਜੀ ਸਾਹਿਬ ਦਾ, ਕੱਲੀ ਕੱਲੀ ਪੌੜੀ ਪੜਨ ਦੇ ਮਹਾਤਮ ਦੇ ਵਿੱਚ ਹੀ ਨਾ ਉਲਝੇ ਰਹੀਏ। ਤੂੰ ਸਾਰਾ ਪਾਠ ਪੜ ਲੋਗੇ ਸਾਰੇ ਕਾਰਜ ਸਿੱਧ ਹੋ ਜਾਣਗੇ। ਗੁਰਸਿੱਖ 21 ਪਾਠ ਵੀ ਕਰ ਲੈਂਦੇ ਆ, ਕਈ ਗੁਰਸਿੱਖ 25 ਪਾਠ ਕਰਦੇ ਰੋਜ਼ ਜਪਜੀ ਸਾਹਿਬ ਦੇ। ਇਹੋ ਜਿਹੇ ਵੀ ਸਿੰਘ ਹਨ ਜਿਹੜੇ 51 ਪਾਠ ਵੀ ਜਪਜੀ ਸਾਹਿਬ ਦੇ ਰੋਜ਼ ਕਰਦੇ ਹਨ। ਉਹ ਕੋਈ ਗਿਣਤੀ ਮਿਣਤੀ ਵਾਸਤੇ ਨਹੀਂ, ਰਸ ਲੈਣ ਵਾਸਤੇ, ਮਹਾਰਾਜ ਜੀ ਦੀਆਂ ਖੁਸ਼ੀਆਂ ਲੈਣ ਵਾਸਤੇ। ਜਿੰਨੀ ਵੱਧ ਬਾਣੀ ਪੜਾਂਗੇ ਇਕਾਗਰਤਾ ਉਨੀ ਬਣਦੀ ਚਲੀ ਜਾਏਗੀ। ਤੋ ਕਹਿੰਦੇ ਜਦੋਂ ਦੁਬਾਰਾ ਪੜੋ। ਵਿਪਦਾ ਕਾਰਜ ਹਾਨ ਮਹਿ ਗਾਵਹਿ ਕੋ ਰਹਿ ਲਾਗ। ਵਿਪਤਾ ਦਾ ਕੋਈ ਕਾਰਜ ਹੋਵੇ, ਵਿਪਤਾ ਦੇ ਵਿੱਚ ਕੋਈ ਹਾਨੀ ਹੋ ਰਹੀ ਹੋਵੇ, ਕੋਈ ਨੁਕਸਾਨ ਹੋ ਰਿਹਾ ਹੋਵੇ, ਉਸ ਵੇਲੇ ਗਾਵੈ ਕੀ ਇਹ ਪੌੜੀ ਨੂੰ ਪੜੇ। ਕਾਰਜ ਕਾਹੂ ਅਟਕ ਮੈਂ ਦੇ ਭੇਟ ਗੁਰ ਭਾਗ। ਕਹਿੰਦੇ ਕੋਈ ਕਾਰਜ ਦੇ ਵਿੱਚ ਅਟਕ ਹੋ ਜਾਏ ਉਦੋਂ ਇਹ ਪੌੜੀ ਪੜ ਕੇ ਭੇਟਾ ਸੁਖ ਲਵੇ ਮਹਾਰਾਜ ਜੀ ਦੀ, ਕਿ ਮਹਾਰਾਜ ਜੀ ਆਪ ਜੀ ਦੇ ਚਰਨਾਂ 'ਚ ਭੇਟਾ ਭੇਟ ਕਰਾਂਗਾ ਤਾਂ ਉਹ ਕਾਰਜ ਨਹੀਂ ਅਟਕੇਗਾ, ਕਾਰਜ ਸਿੱਧ ਹੋ ਜਾਵੇਗਾ। ਨਵ ਘਰ ਨਵ ਗੁਣ ਸੰਗ੍ਰਹਿ ਚੌਥੀ ਕੋ ਕਰ ਧਿਆਨ। ਨਵਾਂ ਘਰ ਬਣਾਣਾ, ਨਵੇਂ ਘਰ 'ਚ ਪ੍ਰਵੇਸ਼ ਕਰਨਾ, ਨਵੇਂ ਗੁਣ ਗ੍ਰਹਿਣ ਕਰਨੇ। ਨਵਾਂ ਗੁਣ ਕੋਈ ਮੰਨ ਲਓ ਸਿੱਖਣਾ, ਆਪਾਂ ਕੋਈ ਗੁਣ ਸਿੱਖਣਾ, ਕਿਸੇ ਨੇ ਹਾਰਮੋਨੀਅਮ ਸਿੱਖਣਾ, ਕਿਸੇ ਨੇ ਮਕੈਨੀਕਲੀ ਦੇ ਵਿੱਚ ਕੋਈ ਚੀਜ਼ ਬਣਾਉਣੀ ਸਿੱਖਣੀ ਹੈ, ਯਾਨੀ ਕਿ ਕੋਈ ਗੁਣ ਸਿੱਖਣਾ। ਉਸ ਗੁਣ ਨੂੰ ਸਿੱਖਣ ਵਿੱਚ, ਫਿਰ ਗੁਣ ਨੂੰ ਇਕੱਠਿਆਂ ਕਰਨ ਦੇ ਵਿੱਚ ਚੌਥੀ ਪੌੜੀ ਜਿਹੜੀ ਜਪਜੀ ਸਾਹਿਬ ਦੀ ਹੈ ਉਹ ਪੜ੍ਹਨੀ ਯੋਗ ਹੈ। ਚੌਥੀ ਪੌੜੀ ਜਪਜੀ ਸਾਹਿਬ ਦੀ ਪੜ੍ਹੀ ਜਾਵੇ। ਜਪ ਜਪ ਸਮ ਪੜ ਸਪਤ ਦਿਨ ਸਪਤ ਭੇਟ ਧਰਮਾਨ। ਇਸ ਜਪ ਨੂੰ ਪੜ੍ਹੇ ਸਮਾਨ ਬਿਰਤੀ ਰੱਖ ਕੇ 7 ਦਿਨ ਤੱਕ ਪੜ੍ਹੇ ਤੋ ਇਸ ਪ੍ਰਕਾਰ ਨਾਲ ਇਹ ਸੱਚੀ ਭੇਟਾ ਗੁਰੂ ਚਰਨਾਂ 'ਚ ਭੇਟ ਕਰੇ। ਉਦਮ ਪੰਜੇ ਜੁਦ ਮੈਂ ਛੇਵੀਂ ਸਪਤਮ ਬੰਧ। ਉਦਮ ਪੰਜੈ ਜੁਦ ਮੈਂ ਛੇਵੀਂ, ਏਦਾਂ ਵਿਸ਼ਰਾਮ ਲੱਗੇਗਾ। ਉਦਮ ਪੰਜਵੀਂ, ਜਦੋਂ ਕੋਈ ਉਦਮ ਕਰਨਾ ਕਿਸੇ ਕੰਮ ਦਾ, ਉਦਮ ਵੇਲੇ ਪੰਜਵੀਂ ਪੌੜੀ ਪੜ੍ਹੇ ਜਪਜੀ ਸਾਹਿਬ ਦੀ, ਉਹਦੇ ਨਾਲ ਉਦਮ ਪ੍ਰਾਪਤ ਹੁੰਦਾ ਹੈ। ਜੰਗ ਦੇ ਮੈਦਾਨ ਦੇ ਵਿੱਚ ਜਾਣਾ, ਯੁੱਧ ਲੜਨਾ,
ਉਦੋਂ 6ਵੀਂ ਪੌੜੀ ਪੜ ਲਵੇ। ਤੋ 6ਵੀਂ ਪੌੜੀ ਦਾ ਪਾਠ ਕਰੇ। ਸਪਤਮ ਬੰਦ, ਮੰਨ ਲਓ ਬੰਦੀ ਦੇ ਵਿੱਚ ਹੈ, ਕੋਈ ਬੰਧਨ ਵਿੱਚ ਹੈ, ਤਾਂ ਉਸ ਦੀ ਬੰਦੀ ਨੂੰ, ਬੰਧਨ ਨੂੰ ਕੱਟਣ ਵਾਸਤੇ ਜਪਜੀ ਸਾਹਿਬ ਦੀ ਜਿਹੜੀ 7ਵੀਂ ਪੌੜੀ ਹੈ ਉਹਦਾ ਜਾਪ ਕਰੇ। ਅਟਕੀ ਨਾਰੀ 8ਵੀਂ। ਅਟਕੀ ਨਾਰੀ ਪ੍ਰਸੂਤਾ ਹੋਣ ਵੇਲੇ, ਮੰਨ ਲਓ ਬਾਲਕ ਦਾ, ਬੱਚੇ ਦਾ ਜਨਮ ਹੋਣਾ ਤੇ ਬੱਚੇ ਦੇ ਜਨਮ ਸਮੇਂ ਪ੍ਰਸੂਤਾ ਦੀ ਪੀੜਾ ਸਮੇਂ ਬਾਲਕ ਦਾ ਜਨਮ ਨਹੀਂ ਹੋ ਰਿਹਾ, ਅਟਕ ਗਿਆ ਹੈ, ਉਸ ਵੇਲੇ 8ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੇ। ਨਾਵੀਂ ਮੰਤਰ ਹੈ ਸੰਧ। ਔਰ 9ਵੀਂ ਮੰਨ ਲਓ ਕਿਸੇ ਮੰਤਰ ਦਾ ਅਸਰ ਹੋਇਆ, ਤੁਹਾਨੂੰ ਪ੍ਰਤੀਤ ਹੁੰਦਾ ਵੀ ਸਾਡੇ ਤੇ ਕਿਸੇ ਮੰਤਰ ਪੜ੍ਹ ਦਿੱਤਾ ਹੈ, ਪ੍ਰਭਾਵ ਪਿਆ ਜਾਪੇ, ਉਸ ਵੇਲੇ ਜਪਜੀ ਸਾਹਿਬ ਦੀ 9ਵੀਂ ਪੌੜੀ ਪੜ੍ਹ ਲੈ। ਕਿਸੇ ਬਾਬੇ ਕੋਲ ਜਾ ਕੇ ਨਾ ਮੰਤਰ ਕਰਾਵੇ, ਜੇ ਸਾਡੇ ਤੇ ਕਲਾਮ ਚੱਲ ਗਈ ਹੈ ਜੀ, ਸਾਡੇ ਤੇ ਮੰਤਰ ਚੱਲ ਗਿਆ ਜੀ, ਜੇ ਇਦਾਂ ਲੱਗੇ ਨਾ ਹੋਵੇ ਤੇ ਜਪਜੀ ਸਾਹਿਬ ਦੀ ਜਿਹੜੀ 9ਵੀਂ ਪੌੜੀ ਹੈ ਉਹ ਪੜ੍ਹ ਲਿਆ ਕਰੋ ਭਾਈ। ਉਹਨੂੰ ਪੜਨ ਦੇ ਨਾਲ ਦੁਨੀਆ ਦੇ ਜਿੰਨੇ ਮੰਤਰ ਤੰਤਰ ਨੇ ਫੇਲ ਹੋ ਜਾਂਦੇ ਹਨ। 10ਵੀਂ ਦਸਦੇ ਵਨਜ ਜੈ ਵਾਹਨ ਲੈਬੇ ਬੀਚ। 10ਵੀਂ ਦੱਸਦੇ ਹਨ ਵਣਜ ਵਿੱਚ ਕਾਮਯਾਬੀ, ਜਦੋਂ ਕੋਈ ਵਾਹਨ ਖਰੀਦਣਾ, ਵਾਹਨ ਖਰੀਦਣ ਵਿੱਚ ਕਾਮਯਾਬੀ ਪ੍ਰਾਪਤ ਹੁੰਦੀ ਹੈ, ਉਦੋਂ 10ਵੀਂ ਪੌੜੀ ਪੜ੍ਹੇ। ਹਾਂਜੀ। ਚੜਨੇ ਕ੍ਰਿਯ ਵਿਕ੍ਰਿਯ ਵਿਖੈ 11 ਪੌੜੀ ਖੀਚ। ਚੜਨੇ ਕਿਰਿਆ ਵਿਕ੍ਰਿਆ ਵਿਖੇ, ਇਹਦਾ ਮਤਲਬ ਹੁੰਦਾ ਵੀ ਮੰਨ ਲਓ ਕਿਤੇ ਬੋਲੀ ਦੇਣੀ ਹੈ, ਚੜਾਈ ਕਰਨੀ ਹੁੰਦੀ ਨਾ ਬੋਲੀ 'ਚ, ਇੱਕ ਨੇ ਬੋਲੀ ਦਿੱਤੀ, ਉਹਦੇ ਤੋਂ ਚੜ ਕੇ ਬੋਲੀ ਦੇਣੀ, ਉਸ ਵੇਲੇ ਕੀ ਕਰੇ? ਕਹਿੰਦੇ 11ਵੀਂ ਪੌੜੀ ਪੜ੍ਹੇ ਪਹਿਲਾਂ ਜਪਜੀ ਸਾਹਿਬ ਦੀ, ਤੋ 11ਵੀਂ ਪੌੜੀ ਪੜ੍ਹ ਕੇ ਫਿਰ ਬੋਲੀ ਦੇਵੇ ਤੇ ਫਿਰ ਕਾਰਜ ਸਿੱਧ ਹੁੰਦਾ। ਉਹ ਮਹਾਰਾਜ ਜੀ ਦੀ ਕਲਾ ਜਿਹੜੀ ਹੈ ਫਿਰ ਉਹ ਵਰਤਦੀ ਹੈ। 12ਵੀਂ ਪੜ ਕਲਪਨ ਕਰੇ ਦੁਖ ਅਰਿਸ਼ਟ ਕੋ ਨਾਸ਼। 12ਵੀਂ ਪੌੜੀ ਜਿਹੜੀ ਹੈ ਉਹ ਕੋਈ ਦੁੱਖ ਦੇਣ ਵਾਲਾ ਵੈਰੀ ਹੈ ਨਾ, ਵੈਰੀ, ਅਰਿਸ਼ਟ ਕਹਿੰਦੇ ਨੇ ਵੈਰੀ ਨੂੰ, ਕੋਈ ਦੁੱਖ ਦੇਣ ਵਾਲਾ ਵੈਰੀ ਹੈ, ਉਹਦਾ ਨਾਸ਼ ਹੁੰਦਾ ਹੈ ਜਦੋਂ 12ਵੀਂ ਪੌੜੀ ਪੜ ਲਈਏ। 13 ਤੇ ਸਿੱਧਨ ਭਜੈ ਕਾਰਜ ਰਾਜਸ ਰਾਸ। 13ਵੀਂ ਪੌੜੀ ਦੇ ਨਾਲ ਸਾਰੀਆਂ ਰਿੱਧੀਆਂ ਸਿੱਧੀਆਂ ਆ ਜਾਂਦੀਆਂ ਨੇ। ਕੋਈ ਰਾਜਸੀ ਕੰਮ ਹੈ ਕਿਸੇ ਰਾਜੇ ਦੇ ਦਰਬਾਰ ਦੇ ਵਿੱਚ, ਸਿੱਧੀਆਂ ਦੇ ਸੇਵਨ ਵਿੱਚ ਰਾਜਸੀ ਕੰਮਾਂ ਦੇ ਰਾਸ ਪੈਣ ਲਈ ਵੀ ਇਹ ਸਿੱਧ ਹੋ ਜਾਣ, ਉਦੋਂ ਫਿਰ ਭਾਈ 13ਵੀਂ ਪੌੜੀ ਜਿਹੜੀ ਜਪਜੀ ਸਾਹਿਬ ਦੀ ਉਹ ਗੁਰਸਿੱਖ ਪੜ੍ਹਦੇ ਹਨ। ਜੰਤਰਣ ਮੈਂ 14 ਕਹਿਓ। ਜਦੋਂ ਕੋਈ ਜੰਤਰ ਵਗੈਰਾ ਕਿਸੇ ਨੇ ਚਲਾਇਆ, ਮੰਨ ਲਓ ਰੱਖ ਦਿੱਤਾ, ਕਿਸੇ ਨੇ ਕੋਈ ਜੰਤਰ ਕਰਕੇ ਰੱਖ ਦਿੱਤਾ, ਮਨ 'ਚ ਭਰਮ ਆ ਗਿਆ ਵੀ ਪਤਾ ਨਹੀਂ ਕੌਣ ਰੱਖ ਗਿਆ, ਉਸ ਵੇਲੇ ਭਾਈ 14ਵੀਂ ਪੌੜੀ ਪੜ ਲਵੇ। ਪੰਚਦਸ਼ੀ ਤੇ ਭੂਤ। ਕੋਈ ਭੂਤ ਪ੍ਰੇਤ ਦਾ ਛਾਵਾਂ ਆ ਗਿਆ ਸਰੀਰ ਦੇ ਉੱਤੇ, ਭਰਮ ਆ ਗਿਆ ਵੀ ਕੋਈ ਭੂਤ ਪ੍ਰੇਤ ਦਾ ਪਰਛਾਵਾਂ ਹੈ, ਉਦੋਂ ਪੰਚਦਸ਼ੀ 15ਵੀਂ ਪੌੜੀ ਜਪਜੀ ਸਾਹਿਬ ਦੀ ਪੜ ਲਵੇ। 15ਵੀਂ ਪੌੜੀ ਦਾ ਇਹ ਖਾਲਸਾ ਜੀ, ਜਿਵੇਂ ਕਿਸੇ ਬਾਲਕ ਨੂੰ ਫਰੀਦ ਜੀ ਨੂੰ ਲਾਣਾ ਸੀ ਨਾ ਮਾਂ ਨੇ ਭਗਤੀ 'ਚ, ਬਚਨ ਧਿਆਨ ਨਾਲ ਸੁਣਨ ਵਾਲਾ, ਕਿ ਫਰੀਦ ਨੂੰ ਲਾਣਾ ਸੀ ਉਹਦੀ ਮਾਤਾ ਨੇ ਭਗਤੀ 'ਚ, ਤੇ ਉਹਨੇ ਲਾਲਚ ਦਿੱਤਾ ਵੀ ਪੁੱਤ ਰੱਬ ਸ਼ੱਕਰ ਦਿੰਦਾ, ਆਪ ਹੀ ਸ਼ੱਕਰ ਰੱਖ ਦੇਣੀ। ਆਪਾਂ ਸਾਰੇ ਜਗਿਆਸੂ ਹਾਲੇ ਬਾਲਕ ਆ ਤੇ ਗੁਰੂ ਸਾਹਿਬ ਸਾਨੂੰ ਸ਼ੱਕਰ ਦੇ ਰਹੇ ਨੇ ਨਾਲ ਨਾਲ, ਵੀ ਬਹਾਨੇ ਨਾਲ ਪੜ ਲੈਣਗੇ। ਉਦਾਂ ਕਹੋਗੇ ਵੀ ਮੁਕਤੀ ਵਾਸਤੇ ਹੁੰਦੀ ਆ ਜਪਜੀ ਸਾਹਿਬ ਦੀ ਬਾਣੀ, ਉਦਾਂ ਭਾਵੇਂ ਅਸੀਂ ਪੜ੍ਹੀਏ ਨਾ ਪੜ੍ਹੀਏ, ਪਰ ਜਦੋਂ ਦੁਨਿਆਵੀ ਕੰਮ ਸਾਨੂੰ ਆਉਣਗੇ ਨਾਲ ਨਾਲ ਬਹਾਨੇ ਨਾਲ ਪੜ੍ਹ ਤਾਂ ਲਵਾਂਗੇ ਨਾ। ਆਖੋ ਸਤਿਨਾਮ ਸ਼੍ਰੀ ਵਾਹਿਗੁਰੂ। ਇਹਨਾਂ ਮਹਾਰਾਜ ਜੀ ਸਾਨੂੰ ਨਾ ਬੱਚੇ ਆ ਨਾ ਅਸੀਂ ਸਤਿਗੁਰਾਂ ਦੇ, ਤੇ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਸਾਨੂੰ ਜਗਿਆਸਾ, ਸਾਡੇ ਅੰਦਰ ਜਗਿਆਸਾ ਬਣ ਜਾਏ। ਜੇ ਤਾਂ ਬੱਚਾ ਪੁੱਛਦਾ ਵੀ ਕੀ ਮਿਲੇਗਾ ਮੈਨੂੰ, ਗੁਰਸਿੱਖ ਪੁੱਛੇ ਵੀ ਜਪਜੀ ਸਾਹਿਬ ਪੜ੍ਹ ਕੇ ਸਾਨੂੰ ਕੀ ਮਿਲੇਗਾ, ਤੇ ਅਸੀਂ ਆਖੀਏ ਵੀ ਆਤਮ ਰਸ ਮਿਲੇਗਾ, ਮੁਕਤੀ, ਉਹ ਕਹਿੰਦੇ ਵੀ ਉਹ ਕੀ ਹੁੰਦੀ, ਮੈਨੂੰ ਤਾਂ ਹਾਲੇ ਪਹਿਲਾਂ ਆਹ ਚੀਜ਼ਾਂ ਚਾਹੀਦੀਆਂ ਨੇ। ਉੱਥੇ ਤੱਕ ਤਾਂ ਪਹੁੰਚਣਾ ਨਾ ਹਾਲੇ ਸਹਿਜੇ ਸਹਿਜੇ। ਫਿਰ ਜਿਵੇਂ ਪੜਾਂਗੇ ਜਪਜੀ ਸਾਹਿਬ, ਪੜ ਕੇ ਫਿਰ ਪਤਾ ਲੱਗੇਗਾ ਵੀ ਆਹ ਚੀਜ਼ਾਂ ਤਾਂ ਸਾਰੀਆਂ ਨਾਸ਼ਵਾਨ ਨੇ। ਅਸਲ ਖੇਡ ਤਾਂ ਸੋ ਦਰ ਤੇਰਾ ਕਿਹਾ ਸੋ ਕਰ ਕਿਹਾ ਵਾਲੀ ਹੈ। ਅਸਲ ਖੇਡ ਤਾਂ ਉਹ ਹੈ ਨਾ ਵੀ ਥਿਤਵਾਰ ਨਾ ਜੋਗੀ ਜਾਣਾ, ਜੋ ਸੰਸਾਰ ਦੀ ਸੰਰਚਨਾ ਕਰਨ ਵਾਲਾ, ਫਿਰ ਉੱਥੇ ਤੱਕ ਪਹੁੰਚਾਂਗੇ। ਇਸ ਕਰਕੇ ਭਾਈ
ਇਹ ਸਾਨੂੰ ਜਗਿਆਸਾ ਲਾਉਣ ਵਾਸਤੇ ਹੈ। ਕਿਉਂਕਿ ਆਮ ਕਰਕੇ ਬਹੁਤੇ ਵੀਰ ਭਟਕ ਜਾਂਦੇ ਆ ਨਾ, ਜਦੋਂ ਕੋਈ ਆ ਭੂਤ ਪ੍ਰੇਤ ਦਾ ਛਾਵਾਂ ਪਰਛਾਵਾਂ ਕੋਈ ਕਹਿੰਦਾ ਜੀ ਸਾਨੂੰ ਆਹ ਹੋ ਗਿਆ। ਕਈਆਂ ਨੂੰ ਤਾਂ ਦਰਅਸਲ ਇਹ ਮਾਨਸਿਕ ਤੌਰ ਤੇ ਬੰਦੇ ਦੇ ਨਾ ਇੱਕ ਕੀੜਾ ਜਿਹਾ ਬਹਿ ਜਾਂਦਾ ਵੀ ਮੈਨੂੰ ਕਿਸੇ ਨੇ ਕੁਝ ਕਰ ਦਿੱਤਾ, ਫਲਾਣੇ ਨੇ ਕੁਝ ਕਰ ਦਿੱਤਾ। ਜਿੱਥੇ ਜਪਜੀ ਸਾਹਿਬ ਪਾਠ ਹੁੰਦਾ, ਇੱਕ ਗੱਲ ਪੱਲੇ ਬੰਨ ਲਓ, ਉੱਥੇ ਨਹੀਂ ਕਿਸੇ ਦਾ ਕੋਈ ਤੰਤ ਮੰਤ ਚੱਲਣਾ। ਪਾਤਸ਼ਾਹ ਨੇ ਪਿੱਛੇ ਸਪਸ਼ਟ ਕਿਹਾ ਨਾ ਪਰਸੋਂ ਦੀ ਕਥਾ 'ਚ, ਉਹ ਸਿੱਖ ਨੂੰ ਪ੍ਰੇਤ ਚਿੰਬੜ ਗਿਆ। ਮਹਾਰਾਜ ਕਹਿੰਦੇ ਜਪਜੀ ਸਾਹਿਬ ਦਾ ਪਾਠ ਨਹੀਂ ਕਰਦਾ ਹੋਣਾ ਤਾਂ ਹੋਇਆ ਇਦਾਂ। ਇਹਦਾ ਮਤਲਬ ਜਪਜੀ ਸਾਹਿਬ ਜਿਨ੍ਹਾਂ ਦੇ ਹਿਰਦੇ ਵਿੱਚ ਹੈ ਉੱਥੇ ਨਹੀਂ ਆ ਚੀਜ਼ਾਂ ਵਿਆਪਦੀਆਂ। ਇੱਥੇ ਦੱਸ ਰਹੇ ਨੇ ਪੰਚਦਸੀ ਤੇ ਭੂਤ, ਵੀ ਜੇ ਮੰਨ ਲਓ ਕਿਸੇ ਦੇ ਮਨ 'ਚ ਵਹਿਮ ਆ ਗਿਆ ਵੀ ਕੋਈ ਸਾਨੂੰ ਪਰਛਾਵਾਂ ਸਤਾ ਰਿਹਾ ਹੈ, ਕੋਈ ਪਰਛਾਵਾਂ ਭੂਤ ਪ੍ਰੇਤ ਦਾ ਦਿਸ ਰਿਹਾ ਹੈ, ਤਾਂ ਉਸ ਵੇਲੇ ਜਪਜੀ ਸਾਹਿਬ ਦੀ 15ਵੀਂ ਪੌੜੀ ਦਾ ਪਾਠ ਕਰੇ। ਖੋੜਸ ਤੇ ਡਾਕਣ ਤਜੈ। ਖੋੜਸ ਨਾਮ ਹੈ 16 ਦਾ। ਮੰਨ ਲਓ ਕੋਈ ਡਾਕਣ ਹੈ, ਇਹਨਾਂ ਦੀਆਂ ਵੀ ਕੈਟਾਗਰੀਆਂ ਨੇ ਵੱਖੋ ਵੱਖਰੀਆਂ। ਕੋਈ ਡਾਕਣ ਹੈ ਵੀ ਜਿਹਦੀ ਕਿਸੇ ਦੀ ਭੈੜੀ ਨਜ਼ਰ ਲੱਗ ਗਈ ਹੈ, ਉਸ ਵੇਲੇ 16ਵੀਂ ਪੌੜੀ ਦਾ ਪਾਠ ਕਰੇ ਤਾਂ ਉਹ ਡਾਕਣ ਛੱਡ ਜਾਏਗੀ। 7-10 ਮੋਹਨ ਕੂਤ। 7-10 17ਵੀਂ ਪੌੜੀ ਦਾ ਪਾਠ ਕੀਤਿਆਂ ਸਾਰੇ ਵਸ ਆ ਜਾਂਦੇ ਹਨ। ਵਸ ਦਾ ਮਤਲਬ ਇਹ ਨਹੀਂ ਮੈਂ ਵੀ ਅਸੀਂ ਮੋਹਨ ਮੰਤਰ, ਮੋਹਣੀ ਮੰਤਰ ਹੁੰਦਾ ਨਾ, ਉਹ ਕਹਿੰਦੇ ਮੋਹਣੀ ਮੰਤਰ ਕਿਸੇ ਨੂੰ ਵਸ ਕਰਨ ਵਾਸਤੇ ਨਹੀਂ ਹੁੰਦੀ ਗੁਰਬਾਣੀ। ਗੁਰਬਾਣੀ ਸਾਨੂੰ ਬਣਾ ਇਹੋ ਜਿਹਾ ਦਿੰਦੀ ਹੈ ਕਿ ਸਾਨੂੰ ਵੇਖ ਕੇ ਸਾਰੇ ਹੀ ਵਸੀਕਾਰ ਹੋਣ ਲੱਗ ਪੈਂਦੇ ਆ। ਸਤਿਕਾਰ ਬਾਬਾ ਅਤਰ ਸਿੰਘ ਜੀ ਜੈਸੇ ਮਹਾਂਪੁਰਸ਼ਾਂ ਨੇ ਕਿਹੜਾ ਕਿਸੇ ਤੇ ਕੋਈ ਮੰਤਰ ਪੜ੍ਹ ਕੇ ਕਾਬੂ ਕੀਤਾ ਹੋਣਾ। ਹਜ਼ਾਰਾਂ ਲੱਖਾਂ ਲੋਕ ਆਪੇ ਨਮਸਕਾਰ ਕਰਦੇ। ਤੋ ਇਸ ਕਰਕੇ ਭਾਈ 17ਵੀਂ ਪੌੜੀ ਦੇ ਨਾਲ ਸਾਰੇ ਸਮੋਹਿਤ ਹੋ ਜਾਂਦੇ ਹਨ। ਪੜ੍ਹੈ 18 8-10 ਨਿਤ ਉਠ ਵਿਦਿਆ ਹੇਤ। ਕਿਸੇ ਨੂੰ ਵਿਦਿਆ ਨਹੀਂ ਫੁਰਦੀ, ਬੱਚਿਆਂ ਦੀ ਸਮੱਸਿਆ ਹੈ। ਕਿਸੇ ਬੱਚੇ ਨੂੰ ਹੁਣ ਵੇਖੋ ਬਾਣੀ ਨਾਲ ਜੋੜਨਾ ਜਪਜੀ ਸਾਹਿਬ ਨਾਲ। ਵਿਦਿਆ ਨਹੀਂ ਫੁਰਦੀ, ਦਿਮਾਗ ਨਹੀਂ ਚੱਲਦਾ ਵਿਦਿਆ ਵਿੱਚ, ਪੜ੍ਹਾਈ ਵਿੱਚ। ਅਸੀਂ ਵੀ ਕਈ ਵਾਰੀ ਵੱਡੇ ਵੀ ਹੋ ਜਾਂਦੇ ਵਿਦਿਆਰਥੀ, ਉੱਚੀ ਪੜ੍ਹਾਈ ਵਿੱਚ ਉਹ ਵਿਦਿਆ ਨਹੀਂ ਫੁਰਦੀ ਤਾਂ ਕੀ ਕਰੇ? ਮਹਾਰਾਜ ਜੀ ਕਹਿੰਦੇ ਉਹ 18ਵੀਂ ਪੌੜੀ ਜਪਜੀ ਸਾਹਿਬ ਦੀ ਪੜ੍ਹੇ ਰੋਜ਼। ਸਾਰਾ ਪਾਠ ਕਰੇ ਜਪਜੀ ਸਾਹਿਬ ਦਾ, ਪਰ 18ਵੀਂ ਪੌੜੀ ਨੂੰ ਬਾਰ-ਬਾਰ ਪੜ੍ਹੀ ਜਾਵੇ, ਬਾਰ-ਬਾਰ ਪੜ੍ਹੀ ਜਾਵੇ ਤਾਂ ਉਹਨੂੰ ਵਿਦਿਆ ਫੁਰਨ ਲੱਗ ਪਏਗੀ। ਬੈਲ ਬੁੱਧੀ ਵਾਲਾ ਵੀ ਤੀਕਸ਼ਣ ਬੁੱਧੀ ਵਾਲਾ ਹੋ ਜਾਏਗਾ। 18ਵੀਂ ਪੌੜੀ ਜਪਜੀ ਸਾਹਿਬ ਦੀ ਇਹ ਦੱਸਦੀ ਹੈ। ਹਾਂਜੀ। ਖਟ ਮਾਹੇ ਵਿਦਿਆ ਵਧੇ ਨਿਰਮਲ ਬੁੱਧ ਸੁਚੇਤ। ਇਹ ਨਹੀਂ ਵੀ ਇੱਕੋ ਦਿਨ ਚ, ਕਹਿੰਦੇ 6 ਮਹੀਨੇ ਪੜ੍ਹੇ ਲਗਾਤਾਰ। 6 ਮਹੀਨੇ ਪੜ੍ਹਦਿਆਂ ਫਿਰ ਵਿਦਿਆ ਆਪੇ ਹੀ ਫੁਰਨ ਲੱਗ ਪਏਗੀ। ਅੰਦਰੋਂ ਹੀ ਪਾੜ ਜਾਣਗੇ ਵਿਦਿਆ ਦੇ। ਪਾਕਿਸਤਾਨ ਦਾ ਰਾਸ਼ਟਰਪਤੀ ਸੀ ਨਾ, ਮੂਲ ਮੰਤਰ ਪੜ੍ਹ ਕੇ ਹੀ ਕਹਿੰਦਾ ਮੈਨੂੰ ਸਾਰੀ ਕਲਾ ਮੂਲ ਮੰਤਰ ਚੋਂ ਹੀ ਪ੍ਰਾਪਤ ਹੋਈ ਹੈ। ਸੁਣਿਆ ਨਾ ਉਹ ਬਚਨ ਆਪ ਜੀ ਨੇ ਯਕੂਬ ਖਾਨ ਦਾ। ਤੋ ਇਹ ਗੁਰਬਾਣੀ ਦੀ ਕਲਾ ਹੈ। ਤੋ ਗੁਰਬਾਣੀ ਦੇ ਨਾਲ ਮਹਾਰਾਜ ਜੀ ਕਹਿੰਦੇ ਜਦੋਂ 6 ਮਹੀਨੇ ਕੋਈ ਇਹਦਾ ਜਾਪ ਕਰੇਗਾ, ਬੁੱਧੀ ਨਿਰਮਲ ਹੋਵੇਗੀ, ਬੁੱਧੀ ਇਕਾਗਰਤਾ ਬਣੇਗੀ ਨਾ। ਗੁਰਬਾਣੀ ਇਕਾਗਰਤਾ, ਜਿੰਨੀ ਇਕਾਗਰਤਾ ਬਣੇਗੀ ਵਿਦਿਆ ਉਨੀ ਸਮਝ ਆਏਗੀ। ਤੋ ਇਹਦੇ ਨਾਲ ਇਕਾਗਰਤਾ ਬਣੇਗੀ। 6 ਮਹੀਨੇ ਪੜ੍ਹੀ ਜਾਵੇ ਤਾਂ ਕਹਿੰਦੇ ਬੁੱਧੀ ਨਿਰਮਲ ਹੋ ਜਾਏਗੀ ਔਰ ਵਿਦਿਆ ਵਧਣ ਲੱਗ ਪਵੇਗੀ। 19 ਸੁੰਨੀ ਜੋਗ ਮਹਿ ਬਿੰਸੀ ਨਾਰ ਸੰਜੋਗ। 19ਵੀਂ ਪੌੜੀ ਸੁਨ ਯੋਗ ਚ ਪਹੁੰਚਣਾ। ਸੁਨ ਯੋਗ ਦਾ ਮਤਲਬ ਅਫੁਰ, ਜਿੱਥੇ ਕੋਈ ਫੁਰਨਾ ਨਹੀਂ, ਜਿਹਨੂੰ ਮਹਾਰਾਜ ਜੀ ਕਹਿੰਦੇ ਨਾ ਅੰਤਰ ਸੁਨੰਗ ਬਾਹਰ ਸੁਨੰਗ। ਉਸ ਅਵਸਥਾ ਨੂੰ ਜੇ ਮਾਣਨਾ ਤਾਂ ਭਾਈ ਫਿਰ 19ਵੀਂ ਪੌੜੀ ਪੜੋ। ਬਿੰਸੀ ਨਾਰ ਸੰਜੋਗ, ਚੰਗੇ ਵਰ ਦੀ ਪ੍ਰਾਪਤੀ ਕਰਨੀ ਆ ਤਾਂ ਫਿਰ 20ਵੀਂ ਪੌੜੀ ਦਾ ਜਾਪ ਕਰੋ। ਸੰਤਤ ਹਿਤ 21ਵੀਂ ਮ੍ਰਿਤ ਸੁਤ 22 ਜੋਗ। ਚੰਗੀ ਸੰਤਾਨ ਦੀ ਪ੍ਰਾਪਤੀ ਕਰਨ ਲਈ 21ਵੀਂ ਪੌੜੀ ਦਾ ਜਾਪ ਹੈ। ਮ੍ਰਿਤ ਸੁਤ 22 ਜੋਗ, ਕਹਿੰਦੇ ਬਾਲਕ ਦਾ ਜਨਮ ਹੋ ਕੇ, ਪੁੱਤਰ ਹੋ ਕੇ ਉਹਦੀ ਮੌਤ ਹੋ ਜਾਣੀ। ਬੱਚੇ ਜੰਮਦੇ ਆ, ਮਰ ਜਾਂਦੇ ਆ। ਕਹਿੰਦੇ ਉਸ ਵੇਲੇ ਜਿਹੜੀ 22ਵੀਂ ਪੌੜੀ ਹੈ ਜਪਜੀ ਸਾਹਿਬ ਦੀ, ਉਹਦਾ ਪਾਠ ਕਰੇ। 23 ਰਿੱਧਨ ਅਖੁੱਟ ਮੈਂ 24 ਚਾਤੁਰ ਪ੍ਰੀਤ। ਮੰਨ ਲਓ ਤੁਸੀਂ ਕੋਈ ਲੰਗਰ ਲਾਉਣਾ, ਰਿੱਧੀ ਬਣਾਣੀ ਹੈ ਘਰ ਵਿੱਚ,
ਤੇ ਉਹ ਵੰਡਣੀ ਹੈ। ਉਸ ਵੇਲੇ ਵੀ ਉਹਦੇ 'ਚ ਵਾਧਾ ਪਵੇ, ਕਮੀ ਨਾ ਆਵੇ। ਵਿਆਹ ਸ਼ਾਦੀਆਂ 'ਚ ਸਮਾਗਮਾਂ ਵਿੱਚ ਅਸੀਂ ਲੰਗਰ ਤਿਆਰ ਕਰਨੇ ਵੀ ਘਟੇ ਨਾ। ਉਹਦੇ ਲਈ ਕੀ ਕਰੇ? ਕਹਿੰਦੇ ਭਾਈ 23ਵੀਂ ਪੌੜੀ ਦਾ ਪਾਠ ਕਰੇ, ਉਹ ਅਖੁੱਟ ਹੋ ਜਾਏਗਾ। 24 ਚਾਤੁਰ ਪ੍ਰੀਤ, ਕਿਸੇ ਸਿਆਣੇ ਬੰਦੇ ਨਾਲ ਪ੍ਰੀਤ ਪੈ ਜਾਏ ਉਹਦੇ ਵਾਸਤੇ ਵੀ ਸਿਆਣਿਆਂ ਦਾ ਸੰਗ। ਸਿਆਣੇ ਆ ਨਹੀਂ ਜਿਹੜੇ ਬਾਬੇ, ਚੰਗੀ ਬੁੱਧੀ ਵਾਲੇ, ਤੀਖਣ ਬੁੱਧੀ ਵਾਲੇ ਸਿਆਣੇ ਗੁਰਸਿੱਖ, ਉਹਨਾਂ ਨਾਲ ਪ੍ਰੀਤ ਬਣੇ। ਉਹਦੇ ਲਈ 24ਵੀਂ ਪੌੜੀ ਦਾ ਜਾਪ ਕਰੋ। ਪੰਚਵਿੰਸਵੀ ਆਦਰੇ ਸਭ ਕੋ ਮੋਹਨ ਰੀਤ। ਕਿਸੇ ਨੂੰ ਆਦਰ ਤੇ ਮਾਣ ਦੀ ਇੱਛਾ ਹੈ ਕਿ ਮੇਰਾ ਆਦਰ ਮਾਣ ਹੋਵੇ ਤਾਂ ਭਾਈ ਵੈਸੇ ਤਾਂ ਇੱਛਾ ਰੱਖਣੀ ਨਹੀਂ ਚਾਹੀਦੀ ਸਿੱਖ ਨੂੰ, ਪਰ ਮੰਨ ਲਓ ਕਿਸੇ ਦੇ ਅੰਦਰ ਆ ਗਈ ਵੀ ਮੈਨੂੰ ਰਾਜਨੀਤੀ 'ਚ ਮਾਣ ਸਤਿਕਾਰ ਮਿਲੇ, ਰਾਜਨੀਤੀ ਵਿੱਚ ਮੈਂ ਅੱਗੇ ਤਰੱਕੀ ਕਰਾਂ, ਮੈਨੂੰ ਆਦਰ ਸਨਮਾਨ ਮਿਲੇ, ਤਾਂ ਭਾਈ ਫਿਰ ਉਹ 25ਵੀਂ ਪੌੜੀ ਜਿਹੜੀ ਹੈ ਉਹ ਪੜ੍ਹੇ। ਉਹਦੇ ਨਾਲ ਸਾਰੇ ਮੋਹਿਤ ਹੋ ਜਾਣਗੇ, ਯਾਨੀ ਕਿ ਲੋਕਾਂ ਵਿੱਚ ਇੱਕ ਚੰਗੀ ਇਮੇਜ, ਇਹਦੀ ਚੰਗੀ ਛਵੀ ਜਿਹੜੀ ਹੈ ਉਹ ਬਣ ਜਾਏਗੀ। ਅੱਗੇ ਹੋਰ ਪੌੜੀਆਂ ਦੀ ਤਰਤੀਬ ਦੱਸਦੇ ਨੇ, ਸਮਾਂ ਇਜਾਜ਼ਤ ਨਹੀਂ ਦਿੰਦਾ ਹੈ। ਤੋ ਪਾਤਸ਼ਾਹ ਜੀ ਦੀ ਪਾਵਨ ਬਾਣੀ ਹੈ, ਜਿੰਨੀ ਪੜਾਂਗੇ ਓਨਾ ਹੀ ਭਲਾ ਹੋਵੇਗਾ। ਕਲਿਆਣਕਾਰੀ ਮਿਸ਼ਰੀ ਦਾ ਪਹਾੜ ਹੈ, ਇੱਕ ਓੰਕਾਰ ਤੋਂ ਲੈ ਕੇ 18 10 20 ਤੱਕ। ਜਿੱਥੋਂ ਚਖਣਾ ਉੱਥੋਂ ਹੀ ਸਾਡੀ ਤ੍ਰਿਪਤੀ ਹੋ ਜਾਣੀ ਹੈ। ਗੁਰੂ ਸਾਹਿਬ ਕਿਰਪਾ ਕਰਨ, ਸਾਡਾ ਗਾਵਿਆ ਸੁਣਿਆ ਥਾਂ ਪਵੇ, ਸਾਡੀਆਂ ਹਾਜ਼ਰੀਆਂ ਪਾਤਸ਼ਾਹ ਆਪਣੇ ਚਰਨਾਂ 'ਚ ਲਾ ਲੈਣ। ਵਾਹਿਗੁਰੂ 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 ਏ ਅਚੁੱਤ ਹੈ ਪਾਰ ਬ੍ਰਹਮ ਅਬਨਾਸੀ ਅਗਨਾਸ ਪੂਰਨ ਹੈ ਸਰਬ ਮੈਂ ਦੁਖ ਭੰਜਨ ਗੁਣਤਾਸ ਸੰਗੀ ਹੈ ਨਿਰੰਕਾਰ ਹੈ ਨਿਰਗੁਣ ਸਭ ਟੇਕ ਏ ਗੋਬਿੰਦ ਹੈ ਗੁਣ ਨਿਧਾਨ ਜਾ ਕੈ ਸਦਾ ਬਿਬੇਕ ਪਰੰਪਰ ਹਰ ਹਰੇ ਹੈ ਪੀ ਹੋਵਨ ਹਾਰ ਸੰਤਹ ਕੈ ਸਦਾ ਸੰਗ ਨਿਧਾਰਾ ਆਧਾਰ ਠਾਕੁਰ ਹਉ ਦਾਸਰੋ ਮੈਂ ਨਿਰਗੁਣ ਗੁਣ ਨਹੀਂ ਕੋਏ ਨਾਨਕ ਦੀਜੈ ਨਾਮ ਦਾਨ ਰੱਖ ਹੋਈਐ ਪਰੋਏ ਪ੍ਰਭ ਸ਼ਰਣਾਗਤੀ ਕਿਰਪਾ ਨਿਤ ਦਇਆਲ ਏਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਨਾਮ ਜਹਾਜ ਹੈ ਚੜੇ ਸੋ ਉਤਰੇ ਪਾਰ ਜੋ ਸ਼ਰਦਾ ਕਰ ਸੇਵੰਦੇ ਗੁਰ ਪਾਰ ਉਤਾਰਨ ਹਾਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ ਬੇਨਤੀ ਹੈ ਕਿ ਕੱਲ ਦਿਨ ਸੋਮਵਾਰ ਤੋਂ ਸ਼ਾਮ ਦੇ ਸਮੇਂ ਵਿੱਚ 15 ਮਿੰਟ ਦੀ ਤਬਦੀਲੀ ਕੀਤੀ ਗਈ ਹੈ। ਕੱਲ ਸ਼ਾਮ ਨੂੰ ਇਤਿਹਾਸ ਦੀ ਕਥਾ ਦਾ ਜਿਹੜਾ ਸਮਾਂ ਹੈ ਉਹ 4 ਤੋਂ 5 ਵਜੇ ਤੱਕ ਹੋਵੇਗਾ।
4 ਤੋਂ 5 ਵਜੇ ਆਪ ਜੀ ਗੁਰੂ ਚਰਨਾਂ 'ਚ ਹਾਜ਼ਰੀਆਂ ਭਰੋ। ਉਪਰੰਤ ਸੋਦਰ ਦੀ ਚੌਂਕੀ 5 ਵਜੇ ਤੋਂ 5:45 ਤੱਕ, ਪਾਠ ਸ੍ਰੀ ਰਹਿਰਾਸ ਸਾਹਿਬ ਜੀ ਦੇ 5:45 ਤੋਂ 6:30 ਵਜੇ ਤੱਕ, ਆਰਤੀ ਕੀਰਤਨ 6:30 ਤੋਂ 7:30 ਵਜੇ ਤੱਕ, ਕਲਿਆਣ ਦੀ ਚੌਂਕੀ 7:30 ਤੋਂ 8:10 ਤੱਕ, ਹੁਕਮਨਾਮਾ ਸੁਖਾਸਣ ਸ਼ਬਦ ਚੌਂਕੀ ਸੋਹਿਲਾ ਸਾਹਿਬ ਤੇ ਜਿਹੜੀ ਸਾਰੀ ਸਮਾਪਤੀ ਹੈ ਉਹ 8 ਵਜੇ ਤੋਂ ਲੈ ਕੇ 10 ਵਜੇ ਤੱਕ ਹੋਵੇਗੀ। 15 ਮਿੰਟ ਦੇ ਸਮੇਂ ਦੀ ਤਬਦੀਲੀ ਦੇ ਦੌਰਾਨ ਕੱਲ ਸ਼ਾਮ ਨੂੰ ਇਤਿਹਾਸ ਦੀ ਕਥਾ ਜਿਹੜੀ ਆ ਉਹ 4 ਤੋਂ 5 ਵਜੇ ਤੱਕ ਹੋਵੇਗੀ। ਆਪ ਜੀ ਨੇ ਸਮੇਂ ਸਿਰ ਹਾਜ਼ਰੀਆਂ ਭਰ ਕੇ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ। ਕੱਲ ਚੌਥੇ ਪਾਤਸ਼ਾਹ ਸੋਢੀਆਂ ਦੇ ਕੁੱਲ ਦੇ ਸਿਰਮੌਰ ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸੋਢੀ ਸੁਲਤਾਨ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਪ੍ਰਕਾਸ਼ ਪੁਰਬ ਦਿਹਾੜੇ ਹਨ। ਸਮੂਹ ਸੰਗਤਾਂ ਨੇ ਵੱਧ ਚੜ ਕੇ ਪਰਿਵਾਰਾਂ ਸਮੇਤ ਹਾਜ਼ਰੀਆਂ ਭਰ ਕੇ ਜਗਤ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨੀਆਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।